ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਵੀਡੀਓ ਲੈ ਕਰਕੇ ਆਏ ਹਾਂ। ਜਿਵੇਂ ਆਪ ਜੀ ਨੇ ਪਹਿਲਾਂ ਜਿਹੜੀਆਂ ਚੀਜ਼ਾਂ ਆਪ ਜੀ ਨੇ ਸਰਵਣ ਕੀਤੀਆਂ, ਜਿਵੇਂ ਕਿ ਰੱਬ ਕੀ ਚੀਜ਼ ਹੈ, ਰੱਬ ਖਾਂਦਾ ਕੀ ਹੈ, ਰੱਬ ਰਹਿੰਦਾ ਕਿੱਥੇ ਹੈ, ਰੱਬ ਕਰਦਾ ਕੀ ਹੈ, ਇਸੇ ਤਰ੍ਹਾਂ ਹੀ ਗੁਰੂ ਕੀ ਚੀਜ਼ ਆ, ਗੁਰੂ ਕਿੰਨੇ ਪ੍ਰਕਾਰ ਦੇ ਹੈ, ਇਹ ਚੀਜ਼ਾਂ ਸਭ ਆਪ ਜੀ ਨੇ ਸਰਵਣ ਕੀਤੀਆਂ। ਹੁਣ ਆਪਾਂ ਅੱਜ ਇਹ ਜਿਹੜੀ ਵਿਚਾਰ ਹੈ ਉਹ ਇਹ ਹੈ ਕਿ ਸ਼ਬਦ ਗੁਰੂ ਕੀ ਹੈ, ਸ਼ਬਦ ਗੁਰੂ ਦਾ ਸਿਧਾਂਤ ਕੀ ਚੀਜ਼ ਹੈ, ਸ਼ਬਦ ਗੁਰੂ ਕਿਵੇਂ ਹੈ, ਪਾਵਨ ਗੁਰੂ ਕਿਵੇਂ ਹੈ। ਇਹ ਸਾਰੀ ਜਿਹੜੀ ਚੀਜ਼ ਹੈ ਇਹਦੀ ਆਪਾਂ ਜਿਹੜੀ ਸਰਲ ਵਿਆਖਿਆ ਹੈ ਉਹ ਅੱਜ ਆਪਾਂ ਸਮਝਣੀ ਹੈ। ਸੋ ਗੁਰਬਾਣੀ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣੋ, ਤਾਂ ਜੋ ਸਾਰਾ ਜਿਹੜਾ ਇਹ ਸ਼ਬਦ ਗੁਰੂ ਦਾ ਜਿਹੜਾ ਭੇਦ ਹੈ ਉਹ ਸਮਝ ਆ ਸਕੇ। ਸੋ ਵਿਚਾਰ ਸ਼ੁਰੂ ਕਰਦੇ ਹਾਂ। ਸ਼ਬਦ ਗੁਰੂ ਕੀ ਚੀਜ਼ ਹੈ, ਸ਼ਬਦ ਗੁਰੂ ਦਾ ਸਿਧਾਂਤ ਕੀ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਸ ਦਾ ਕੋਈ ਨਾ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਆਕਾਰ ਹੈ। ਰੂਪ ਨ ਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਰੰਗ ਰੂਪ ਆਕਾਰ ਨਹੀਂ। ਇਸੇ ਤਰ੍ਹਾਂ ਹੀ ਉਹ ਇੱਕ ਪਰਮਾਤਮਾ, ਇੱਕ ਜੋਤ ਹੈ, ਪ੍ਰਕਾਸ਼ ਹੈ, ਇੱਕ ਗਿਆਨ ਹੈ। ਇਸੇ ਤਰ੍ਹਾਂ ਹੀ ਜਿਹੜਾ ਗੁਰੂ ਹੈ ਉਹ ਵੀ ਪ੍ਰਕਾਸ਼ ਹੈ, ਜੋਤ ਹੈ, ਉਹ ਵੀ ਇੱਕ ਗਿਆਨ ਹੈ। ਇਸੇ ਤਰ੍ਹਾਂ ਕਹਿ ਸਕਦੇ ਹਾਂ ਜਿਵੇਂ ਰੱਬ ਇੱਕ ਸ਼ਕਤੀ ਹੈ, ਗੁਰੂ ਵੀ ਇੱਕ ਸ਼ਕਤੀ ਹੈ। ਜਿਹੜਾ ਸ਼ਬਦ ਹੈ ਇਹਦੇ ਵਿੱਚ ਵੀ ਜਿਹੜੀ ਸ਼ਕਤੀ ਹੈ ਉਹੀ ਚੀਜ਼ ਆ। ਜਿਵੇਂ ਗੁਰੂ ਸਾਹਿਬ ਨੇ ਭਾਈ ਨੰਦ ਲਾਲ ਜੀ ਨੂੰ ਦੱਸਿਆ ਕਿ ਮੇਰੇ 3 ਰੂਪ ਆ। 3 ਰੂਪ ਹੈ ਮੋਹਿ ਕੋ ਸੁਣਹੁ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਏਕ ਰੂਪ ਤਿਹ ਗੁਣ ਤੇ ਪਰੈ, ਨੇਤ ਨੇਤ ਜਿਹ ਨਿਗਮ ਉਚਰੈ। ਦੂਸਰ ਰੂਪ ਗ੍ਰੰਥ ਜੀ ਜਾਨ, ਤਾਂ ਮੈਂ ਭੇਦ ਨ ਰੰਚਕ ਮਾਨ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਹ ਨਿਸਪੋਰ। ਇੱਥੇ ਹੁਣ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਨੰਦ ਲਾਲ ਮੇਰੇ 3 ਸਰੂਪ ਆ। ਇੱਕ ਸਰੂਪ ਜਿਹੜਾ ਤ੍ਰੈ-ਗੁਣ ਅਤੀਤ ਹੈ, ਜਿਹੜਾ ਰਜੋਗੁਣ ਤਮੋਗੁਣ ਸਤੋਗੁਣ ਤੋਂ ਪਰੇ ਹੈ, ਸ੍ਰਿਸ਼ਟੀ ਤੋਂ ਪਰੇ ਹੈ। ਇਸੇ ਤਰ੍ਹਾਂ ਜਿਹੜਾ ਦੂਜਾ ਰੂਪ ਆ ਉਹਨੂੰ ਮਹਾਰਾਜ ਨੇ ਕਥਨ ਕੀਤਾ ਕਿ ਦੂਸਰਾ ਰੂਪ ਗ੍ਰੰਥ ਜੀ ਜਾਣ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਉਦੋਂ ਗੁਰਤਾ ਗੱਦੀ ਨਹੀਂ ਸੀ ਦਿੱਤੀ, ਇਸ ਵਾਸਤੇ ਗੁਰੂ ਸਾਹਿਬ ਗ੍ਰੰਥ ਜੀ ਸ਼ਬਦ ਭਾਈ ਨੰਦ ਲਾਲ ਜੀ ਨੇ ਵਰਤਿਆ। ਅਤੇ ਤੀਸਰਾ ਰੂਪ ਸਿੱਖ ਹੈ ਮੋਰ। ਹੁਣ ਤੀਜੇ ਰੂਪ ਦੇ ਵਿੱਚ ਸਿੱਖਾਂ ਨੂੰ ਕਥਨ ਕੀਤਾ ਹੈ। ਹੁਣ ਇਸ ਚੀਜ਼ ਤੋਂ ਸਪਸ਼ਟ ਹੋ ਜਾਂਦਾ ਕਿ ਜਿਹੜਾ ਸ਼ਬਦ ਗੁਰੂ ਆ ਇਹਦਾ ਜਿਹੜਾ ਗਿਆਨ ਪ੍ਰਾਪਤ ਆਪਾਂ ਕਰਨਾ ਹੈ ਉਹ ਸਾਧ ਸੰਗਤ ਜੀ ਜਾਂ ਤਾਂ ਸ਼ਬਦ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਹੁੰਦਾ ਅਤੇ ਜਾਂ ਸ਼ਬਦ ਨੂੰ ਸੁਣ ਕੇ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਜਾਂ ਸਰਵਣ ਕਰਦੇ ਹਾਂ, ਸੁਣਦੇ ਹਾਂ ਜਾਂ ਵਿਚਾਰਦੇ ਹਾਂ, ਫਿਰ ਸਾਨੂੰ ਜਿਹੜੀ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਜਿਹੜੇ ਇਹ ਬਚਨ ਕਹੇ ਆ, ਜਿਹੜੇ ਕਿ ਭਾਈ ਨੰਦ ਲਾਲ ਜੀਆਂ ਨੇ ਉਚਾਰਨ ਕੀਤੇ ਆ। ਜੋ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ। ਕਿ ਜਿਨ੍ਹਾਂ ਨੇ ਮੇਰਾ ਦਰਸ਼ਨ ਕਰਨਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰਨ। ਸਮਝ ਲਓ ਵੀ ਗੁਰੂ ਉਹ ਮੇਰਾ ਦਰਸ਼ਨ ਕਰ ਲਿਆ। ਜੋ ਸਿੱਖ ਮਮ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੈ ਵਿਚਾਰੈ ਸਾਥ। ਜੋ ਸਿੱਖ ਮਮ ਬਚਨ ਕਰਨ ਕੀ ਚਾਹੇ, ਗ੍ਰੰਥ ਜੀ ਪੜ੍ਹੈ ਸੁਣੈ ਚਿੱਤ ਲਾਏ। ਹੁਣ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਫਿਰ ਗੁਰਬਾਣੀ ਨੂੰ ਪੜ੍ਹਨਾ ਵੀ ਪਊਗਾ ਅਤੇ ਸੁਣਨਾ ਵੀ ਪਊਗਾ। ਇਸ ਵਾਸਤੇ ਇਹ ਚੀਜ਼ ਤੋਂ ਬਿਨਾਂ ਸਾਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਗੁਰਬਾਣੀ ਨੂੰ ਜਿਹੜਾ ਸਾਨੂੰ ਸ਼ਬਦ ਗੁਰੂ ਦਾ ਗਿਆਨ ਹੈ ਉਹ ਕੇਵਲ ਗੁਰਬਾਣੀ ਨੂੰ ਪੜ੍ਹ ਕੇ ਅਤੇ ਜਾਂ ਸੁਣ ਕੇ ਜਾਂ ਵਿਚਾਰ ਕੇ ਹੀ ਸਾਨੂੰ ਜਿਹੜਾ ਉਹ
ਗਿਆਨ ਪ੍ਰਾਪਤ ਹੋ ਸਕਦਾ ਹੈ। ਸ਼ਬਦ ਗੁਰੂ ਨੂੰ ਅੱਜ ਆਪਾਂ ਸਮਝਣਾ। ਸ਼ਬਦ ਗੁਰੂ ਤੋਂ ਭਾਵ ਜਿਵੇਂ ਅਕਾਲ ਪੁਰਖ ਵਾਹਿਗੁਰੂ ਇੱਕ ਪ੍ਰਕਾਸ਼ ਹੈ, ਜੋਤ ਹੈ, ਉਹ ਸ਼ਕਤੀ ਹੈ, ਵਿਅਕਤੀ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਸ਼ਬਦ ਹੈ ਇਹ ਵੀ ਇੱਕ ਪ੍ਰਕਾਸ਼ ਤੋਂ ਹੀ ਮਤਲਬ ਇਹ ਚੀਜ਼ ਪੈਦਾ ਹੋਈ ਹੈ। ਜਿਵੇਂ ਕਹਿ ਲਓ ਵੀ ਨਿਰਗੁਣ ਤੋਂ ਸਰਗੁਣ ਰੂਪ ਧਾਰ ਲਿਆ। ਅਤੇ ਇਸੇ ਤਰ੍ਹਾਂ ਜਿਹੜੀ ਦੇਹ ਹੈ, ਜਿਵੇਂ ਦੇਹ ਦੇ ਵਿੱਚ ਜਿਹੜਾ ਹੈ ਉਹ ਜਿਸ ਦੇਹ ਦੇ ਵਿੱਚ ਉਹ ਗਿਆਨ ਪ੍ਰਗਟ ਹੁੰਦਾ ਸੀ, ਉਹ ਦੇਹ ਨੂੰ ਵੀ ਮਤਲਬ ਉਸ ਦੇਹ ਦਾ ਨਾਮ, ਸਰੀਰ ਦਾ ਨਾਮ ਨਾਨਕ ਹੈ ਜਾਂ 10 ਪਾਤਸ਼ਾਹੀਆਂ। ਪਰ ਅਕਾਲ ਪੁਰਖ ਵਾਹਿਗੁਰੂ ਦਾ ਨਾ ਗੁਰੂ ਨਾਨਕ ਸਾਹਿਬ ਦਾ, ਨਾ ਹੀ ਸ਼ਬਦ ਗੁਰੂ ਦਾ ਕੋਈ ਰੂਪ ਰੰਗ ਆਕਾਰ ਅਤੇ ਨਾਮ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਅਨਾਮੀ ਹੈ, ਗੁਰੂ ਵੀ ਅਨਾਮੀ ਹੈ। ਕਿਉਂਕਿ ਜੇ ਅਨਾਮੀ ਨਾ ਹੁੰਦੇ ਤਾਂ ਮਹਾਰਾਜ ਇਸ ਤਰ੍ਹਾਂ ਨਾ ਲਿਖਦੇ। ਜਿਵੇਂ ਪਾਤਸ਼ਾਹ ਜੀ ਕਥਨ ਕਰਦੇ ਕਿ ਨਾਮੇ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਜਿਹੜਾ ਨਾਮ ਹੈ ਇਹ ਵੀ ਪਰਮਾਤਮਾ ਦਾ ਹੀ ਰੂਪ ਹੈ। ਇਹ ਵੀ ਉਸੇ ਤਰ੍ਹਾਂ ਹੀ ਆ ਜਿਵੇਂ ਰੱਬ ਇੱਕ ਪਰਮਾਤਮਾ ਇੱਕ ਪ੍ਰਕਾਸ਼ ਹੈ, ਜੋਤ ਹੈ, ਗਿਆਨ ਹੈ। ਇਸੇ ਤਰ੍ਹਾਂ ਉਹ ਸ਼ਕਤੀ ਹੈ, ਵਿਅਕਤੀ ਨਹੀਂ। ਇਸੇ ਤਰ੍ਹਾਂ ਗੁਰੂ ਵੀ ਜਿਹੜਾ ਪ੍ਰਕਾਸ਼ ਹੈ, ਉਹ ਵੀ ਜੋਤ ਹੈ, ਗਿਆਨ ਹੈ, ਸ਼ਕਤੀ ਹੈ, ਵਿਅਕਤੀ ਨਹੀਂ। ਇਸੇ ਤਰ੍ਹਾਂ ਜਿਹੜਾ ਨਾਮ ਆ, ਨਾਮ ਵੀ ਇੱਕ ਸ਼ਕਤੀ ਹੈ। ਜਦੋਂ ਬੰਦਾ ਨਾਮ ਦੇ ਨਾਲ ਜੁੜਦਾ ਹੈ ਅਤੇ ਨਾਮ ਸੁਣਨ ਦੇ ਨਾਲ ਹੀ, ਜਿਵੇਂ ਧਾਰਮਿਕ ਜਗਤ ਦੇ ਵਿੱਚ ਜਿਹੜਾ ਸੁਣਨ ਨੂੰ ਬੜਾ ਵੱਡਾ ਮਹਾਤਮ ਦਿੱਤਾ ਗਿਆ, ਇੰਝ ਕਹਿ ਸਕਦੇ ਹਾਂ ਵੀ ਜਿਹੜਾ ਵੀ ਸਰੀਰ ਉਸ ਪਰਮਾਤਮਾ ਦੀ ਨਾਮ ਦੀ ਧੁਨੀ ਨੂੰ ਸੁਣਨ ਲੱਗ ਗਿਆ, ਗੁਰ ਸ਼ਬਦ ਦੇ ਰਾਹੀਂ ਜਿਹੜਾ ਜੁੜ ਗਿਆ, ਅਤੇ ਉਹਦੇ ਅੰਦਰ ਹੀ ਫਿਰ ਜਿਹੜਾ ਨਾਮ ਹੈ ਉਹ ਪ੍ਰਗਟ ਹੋ ਜਾਂਦਾ ਅਤੇ ਨਾਮ ਦੇ ਦੁਆਰਾ ਹੀ ਜਿਹੜੀ ਸਾਰੀ ਕਲਾ ਵਰਤਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀਆਂ ਨੂੰ ਸਿੱਧਾਂ ਨੇ ਸਵਾਲ ਕੀਤਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹਦਾ ਉੱਤਰ ਦਿੰਦੇ ਆ। ਜਿਵੇਂ ਸਿੱਧਾਂ ਨੇ ਸਵਾਲ ਕੀਤਾ ਸੀ ਗੁਰੂ ਸਾਹਿਬ ਨੂੰ ਕਿ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਜਦੋਂ ਸਿੱਧਾਂ ਨੇ ਗੁਰੂ ਸਾਹਿਬ ਨੂੰ ਇਹ ਸਵਾਲ ਕੀਤਾ, ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਨਹੁ ਤੁਮ ਬਾਲੇ, ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ। ਹੁਣ ਫਿਰ ਗੱਲ ਜਿਹੜੀ ਹੈ ਸ਼ਬਦ ਦੀ ਆਉਂਦੀ ਹੈ ਅਤੇ ਸਤਿਗੁਰੂ ਇਹਦਾ ਉੱਤਰ ਇਸ ਤਰ੍ਹਾਂ ਦਿੰਦੇ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਇੱਥੇ ਗੁਰੂ ਸਾਹਿਬ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ, ਅਤੇ ਗੁਰੂ ਸਾਹਿਬ ਨੇ ਇੱਥੇ ਦੱਸਿਆ ਕਿ ਸਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਹੁਣ ਇਸ ਚੀਜ਼ ਨੂੰ ਸਮਝਣ ਵਾਸਤੇ ਸਾਧ ਸੰਗਤ ਜੀ ਸਾਨੂੰ ਜਿਹੜਾ ਉਹ ਸਰਲ ਵਿਆਖਿਆ ਵਿਸਥਾਰ ਦੇ ਵਿੱਚ ਜਾਣਾ ਪਵੇਗਾ। ਫਿਰ ਸਾਨੂੰ ਜਿਹੜਾ ਉਹ ਸ਼ਬਦ ਗੁਰੂ ਦਾ ਸਿਧਾਂਤ ਜਿਹੜਾ ਉਹ ਸਮਝ ਵਿੱਚ ਆਵੇਗਾ। ਜਿਵੇਂ ਜਪਜੀ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਕਥਨ ਕਰਦੇ ਆ, ਅੱਖਰੀ ਨਾਵ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖਿਆ ਤੇ ਸਿਰ ਨਾਹੇ, ਜਿਵ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਹੁਣ ਮਹਾਰਾਜ ਕਹਿੰਦੇ ਜੇਤਾ ਕੀਤਾ ਤੇਤਾ ਨਾਉ। ਹੁਣ ਜਦੋਂ ਆਪਾਂ ਇਸ ਵਿਸ਼ੇ ਦੀ ਡੂੰਘਾਈ ਦੇ ਵਿੱਚ ਜਾਵਾਂਗੇ, ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਜਾਵਾਂਗੇ, ਫਿਰ ਸਾਨੂੰ ਸਮਝ ਪਏਗੀ, ਪਤਾ ਲੱਗਦਾ ਕਿ ਇਹ ਜਿਹੜੀ ਸ੍ਰਿਸ਼ਟੀ ਦੀ ਪ੍ਰਾਰੰਭਤਾ ਹੈ ਉਹ ਕਿਸ ਚੀਜ਼ ਤੋਂ ਹੋਈ ਹੈ। ਜਿਵੇਂ ਕਿ ਗੁਰਬਾਣੀ ਵਿੱਚ ਬੇਅੰਤੀ ਪ੍ਰਮਾਣ, ਜਿਵੇਂ ਪਾਤਸ਼ਾਹ ਜੀ ਕਥਨ ਕਰਦੇ ਆ ਕਿ ਰੂਪ ਨਰੇਖ ਅਨਾਹਦ ਵਾਜੇ, ਸ਼ਬਦ ਨਰੰਜਨ ਕੀਆ। ਇਸੇ ਤਰ੍ਹਾਂ ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਜਿਵੇਂ ਕਿ ਸਾਡੇ ਸਰੀਰ ਦੇ ਵਿੱਚ ਜਿਹੜੀ ਜੋਤ ਜਿਹਨੂੰ ਆਪਾਂ ਆਖਦੇ ਹਾਂ ਉਹ ਸੂਖਸ਼ਮ ਆ, ਇਸੇ ਤਰ੍ਹਾਂ ਹੀ ਇਹ ਜਿਹੜਾ ਸ਼ਬਦ ਹੈ ਜਿਹਨੂੰ ਅਸੀਂ ਸ਼ਬਦ ਦੇ ਅਰਥ ਕਹਿ ਸਕਦੇ ਹਾਂ, ਜਿਵੇਂ ਆਵਾਜ਼। ਆਵਾਜ਼ ਤੋਂ ਜਦੋਂ ਆਪਾਂ ਬੋਲਦੇ ਹਾਂ ਇੱਕ ਬੋਲਦਾ ਅਤੇ ਦੂਜਾ ਸੁਣਦਾ, ਲੇਕਿਨ ਉਸ ਆਵਾਜ਼ ਦੇ ਵਿੱਚ ਆਪਾਂ ਅੱਖਰ ਬੋਲਦੇ ਹਾਂ। ਜਿਵੇਂ ਮਹਾਰਾਜ ਨੇ ਕਥਨ ਕੀਤਾ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ।
ਇਹ ਦੁਨੀਆ ਦੀ ਜਿਹੜੀ ਪ੍ਰਾਰੰਭਤਾ ਹੋਈ ਹੈ ਉਹ ਪਾਉਣ ਦੇ ਰਾਹੀਂ ਹੋਈ ਹੈ। ਜਿਵੇਂ ਮਹਾਰਾਜ ਕਥਨ ਕਰਦੇ ਆ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਅਕਾਲ ਪੁਰਖ ਵਾਹਿਗੁਰੂ ਸੱਚ ਤੋਂ ਭਾਵ ਕੀ ਹੈ? ਸੱਚ ਤੋਂ ਪਾਉਣ ਹੋਇਆ, ਪਾਉਣ ਤੋਂ ਅੱਗੇ ਫਿਰ ਪਾਣੀ ਹੋਇਆ, ਪਾਣੀ ਤੋਂ ਅੱਗੇ ਅਗਨੀ। ਜਲ ਪਵਨੀ ਅਗਨੇ ਫੁਨ, ਜਲ ਅਗਨੀ ਪਵਨੇ ਫੁਨ, ਤ੍ਰੈ ਮਿਲ ਜਗਤ ਉਪਾਇਆ। ਇਹ ਹੁਣ ਇਹ ਤਿੰਨਾਂ ਨੇ ਮਿਲ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਹਨਾਂ ਨੂੰ ਆਪ ਜੀ ਪਿੱਛੇ ਸਰਵਣ ਕਰ ਰਹੇ ਹੋ। ਇਹਨਾਂ ਨੂੰ ਜਿਹੜਾ ਹੈ ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ ਜਿਤ ਓਪਤ ਸਭ ਸੰਸਾਰਾ, ਇਹਨਾਂ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਲਿਖਿਆ। ਜਿੱਥੇ ਗੁਰੂ ਸਾਹਿਬ ਨੇ ਲਿਖਿਆ ਇਹ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਉੱਥੇ ਚੇਲੇ ਵੀ ਲਿਖਿਆ। ਰਾਜਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਹੁਣ ਇਹਨਾਂ ਨੂੰ ਇਹ ਮਾਇਆ ਦੇ ਪੁਤਲੇ ਆ। ਇਹਨਾਂ ਨੂੰ ਮਤਲਬ ਬ੍ਰਹਮਾ ਵਿਸ਼ਨੂੰ ਮਹੇਸ਼ ਵੀ, ਅਤੇ ਇਹਨਾਂ ਨੂੰ ਪਾਉਣ ਪਾਣੀ ਤੇ ਜਿਹੜਾ ਅਗਨੀ ਵੀ ਆਖਿਆ, ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਆਖਿਆ। ਅਤੇ ਇਹ ਸ੍ਰਿਸ਼ਟੀ ਦੇ ਤਿੰਨ ਤੱਤ ਆ ਜਿਨ੍ਹਾਂ ਦੇ ਨਾਲ ਇਹ ਸ੍ਰਿਸ਼ਟੀ ਦੀ ਪਰਮਾਤਮਾ ਨੇ ਰਚਨਾ ਕੀਤੀ ਹੈ। ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਭਾਇਆ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਇੱਕੋ ਸਿਆਮ ਬਹੁ ਪਰਜਾ ਜਾਏ, ਜਿਵੇਂ ਵੇਦਾਂ ਸੁਰਤੀਆਂ ਦੇ ਵਿੱਚ ਲਿਖੀ ਇਹ ਚੀਜ਼ ਹੈ। ਉੱਥੋਂ ਗੁਰੂ ਸਾਹਿਬ ਤੋਂ ਪਹਿਲਾਂ ਵੀ ਜਿਹੜਾ ਪੁਰਾਤਨ ਸਨਾਤਨ ਮੱਤ ਹੈ ਉਹਦੇ ਵਿੱਚ ਵੀ ਜਿਹੜੇ ਰਿਸ਼ੀ ਮੁਨੀ ਆ ਉਹ ਇਹ ਗੱਲ ਮੰਨਦੇ ਆ ਕਿ ਇਹ ਜਿਹੜੀ ਸ੍ਰਿਸ਼ਟੀ ਹੈ ਇਹਦੀ ਜਿਹੜੀ ਰਚਨਾ ਹੋਈ ਆ ਉਹ ਓਮ ਤੋਂ ਹੋਈ ਹੈ। ਅਤੇ ਕੁਛ ਜਿਹੜਾ ਮਤਲਬ ਰਿਸ਼ੀ ਜਾਂ ਕਹਿ ਲਓ ਵਿਦਵਾਨਾਂ ਦਾ ਮੱਤ ਹੈ ਵੀ ਉਹ ਕਹਿੰਦੇ ਵੀ ਓਅੰਕਾਰ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇਸੇ ਤਰ੍ਹਾਂ ਜਿਵੇਂ ਦੂਜੇ ਧਰਮਾਂ ਦੀ ਵਿਚਾਰ ਵੀ ਆਪਾਂ ਥੋੜ੍ਹੀ ਜਿਹੀ ਸਾਂਝੀ ਕਰੀਏ। ਜਿਵੇਂ ਕਿ ਹਜ਼ਰਤ ਈਸਾ ਜੀ ਮਹਾਂਪੁਰਖ ਇਸ ਸੰਸਾਰ 'ਤੇ ਆਏ ਅਤੇ ਉਹਨਾਂ ਨੂੰ ਜਦੋਂ ਕਿਸੇ ਨੇ ਪੁੱਛਿਆ ਵੀ ਇਹ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ, ਅਤੇ ਉਹਨਾਂ ਨੇ ਵੀ ਮਤਲਬ ਇਹ ਚੀਜ਼ ਦੱਸੀ ਹੈ ਬਾਈਬਲ ਦੇ ਵਿੱਚ ਕਿ ਉਸ ਪਰਮੇਸ਼ਰ ਤੋਂ ਜਿਹੜੀ ਹੈ ਲੂਗੋਸ ਨਾਂ ਦੀ ਧੁਨ ਹੋਈ ਅਤੇ ਉਸ ਧੁਨ ਤੋਂ ਇਹ ਸਾਰੀ ਜਗਤ ਦੀ ਰਚਨਾ ਹੋਈ। ਇਸੇ ਤਰ੍ਹਾਂ ਇਸਲਾਮ ਮੱਤ ਦੇ ਪੈਗੰਬਰ ਹੋਏ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੀ ਜਦੋਂ ਵਿਚਾਰ ਸੁਣੀਏ ਤਾਂ ਉਹ ਕਹਿੰਦੇ ਆ ਵੀ ਅੱਲਾਹ ਤਾਲਾ ਤੋਂ ਕੁਨ ਸ਼ਬਦ ਹੋਇਆ ਅਤੇ ਕੁਨ ਸ਼ਬਦ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ 'ਤੇ ਆਏ, ਜਦੋਂ ਉਹਨਾਂ ਨੂੰ ਪੁੱਛਿਆ ਸਿੱਧਾਂ ਨੇ, ਹੋਰ ਜਿਹੜੇ ਜਗਤ ਦੇ ਧਰਮੀ ਲੋਕ ਜਦੋਂ ਉਹਨਾਂ ਨੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਜਿਹੜਾ ਕਥਨ ਕੀਤਾ ਕਿ ਨਹੀਂ ਭਾਈ, ਕਿ ਕਿਸੇ ਬ੍ਰਹਮਾ ਨੇ ਸ੍ਰਿਸ਼ਟੀ ਨਹੀਂ ਬਣਾਈ, ਕਿਉਂ ਬਲਕਿ ਬ੍ਰਹਮਾ ਜੀ ਨੂੰ ਬਣਾਉਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਹੈ। ਦੱਖਣੀ ਓਅੰਕਾਰ ਦੀ ਜਿਹੜੀ ਨਾਮ ਬਾਣੀ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਓਅੰਕਾਰ ਦੀ ਮਹਿਮਾ ਦੱਸੀ ਹੈ। ਵੀ ਮਹਾਰਾਜ ਕਥਨ ਕਰਦੇ ਕਿ ਓਅੰਕਾਰ ਤੇ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਪੈ, ਓਅੰਕਾਰ ਵੇਦ ਨਿਰਮੈ, ਕਿ ਸਾਰਾ ਕੁਝ ਜਿਹੜਾ ਓਅੰਕਾਰ ਤੋਂ ਹੀ ਇਹ ਸ੍ਰਿਸ਼ਟੀ ਦੀ ਰਚਨਾ ਹੋਈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸ਼ੁਰੂਆਤ ਦੇ ਵਿੱਚ ਜਪਜੀ ਸਾਹਿਬ ਉਚਾਰਿਆ, ਉੱਥੇ ਮਹਾਰਾਜ ਨੇ ਕਥਨ ਕੀਤਾ ਇੱਕ ਓਅੰਕਾਰ, ਕਿ ਓਅੰਕਾਰ ਦਾ ਸ਼ਬਦ ਹੈ ਇਸੇ ਤੋਂ ਹੀ ਸ੍ਰਿਸ਼ਟੀ ਜਿਹੜੀ ਰਚਨਾ ਹੋਈ ਹੈ, ਜਗਤ ਦੀ ਰਚਨਾ ਹੋਈ ਹੈ। ਇਹ ਪਰਮਾਤਮਾ ਦਾ ਨਾਮ ਹੈ ਜੋ ਸੱਤ ਹੈ, ਜੋ ਕਦੇ ਵੀ ਬਦਲਦਾ ਨਹੀਂ। ਇਸੇ ਕਰਕੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਬਹੁਤ ਹੀ ਸੌਖੇ ਅਤੇ ਸਰਲ ਤਰੀਕੇ ਨਾਲ ਇਹ ਚੀਜ਼ ਦੱਸੀ ਹੈ ਅਤੇ ਸਮਝਾਈ ਹੈ। ਹੁਣ ਅੱਗੇ ਜਿਹੜੀ ਗੱਲ ਕਰੀਏ ਕਿ ਇਹ ਸ਼ਬਦ ਹੁਣ ਗੁਰੂ ਸਾਹਿਬ ਤੋਂ ਜਿਹੜਾ ਹੈ ਮਹਾਰਾਜ ਕਥਨ ਕਰਦੇ ਕਿ ਉਹ ਪਰਮਾਤਮਾ ਤੋਂ ਸ਼ਬਦ ਹੋਇਆ। ਹੁਣ 10ਵੇਂ ਪਾਤਸ਼ਾਹ ਜੀ ਮਹਾਰਾਜ ਜਿਹੜੇ ਹੈ ਉਹ ਵੀ ਕਥਨ ਕਰਦੇ ਹੈ, ਪ੍ਰਥਮੇ ਓਅੰਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਹ ਰਹਾ। ਹੁਣ ਜਿਹੜਾ ਵੀ ਓਅੰਕਾਰ ਦੇ ਸ਼ਬਦ ਨੂੰ ਗੁਰੂ ਸ਼ਬਦ ਦੁਆਰਾ ਜਦੋਂ ਕੋਈ ਧਿਆਨ ਲਾਉਂਦਾ, ਉਹਦਾ ਮਨ ਇਕਾਗਰ ਹੁੰਦਾ, ਦਸੋਂ ਦੁਆਰ ਖੁੱਲ੍ਹਦਾ, ਅਤੇ ਫਿਰ ਉਹਨੂੰ ਇਹ ਜਿਹੜਾ ਸ਼ਬਦ ਇੱਕ ਓਅੰਕਾਰ ਜਿਹੜਾ ਉਹਨੂੰ ਸੁਣਦਾ ਹੈ, ਇਹ ਧੁਨ ਜਦੋਂ ਉਹਨੂੰ ਸੁਣਦੀ ਹੈ ਅਤੇ ਫਿਰ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਤੋਂ ਜਿਹੜੀ ਆਵਾਜ਼ ਹੋਈ ਹੈ, ਜਿਹੜਾ ਸ਼ਬਦ ਹੋਇਆ, ਉਸ ਦਾ ਨਾਮ ਹੀ ਓਅੰਕਾਰ ਹੈ। ਹੁਣ ਓਅੰਕਾਰ ਇਸੇ ਤਰ੍ਹਾਂ ਮਹਾਰਾਜ ਕਥਨ ਕਰਦੇ ਕਿ ਭਾਈ ਉਸ ਪਰਮਾਤਮਾ ਦੇ ਨਾਮ ਤੋਂ ਹੀ ਇਹ ਦੁਨੀਆ ਬਣੀ ਹੈ, ਅਤੇ ਨਾਮ ਦੇ ਦੁਆਰਾ ਹੀ ਜਿਹੜਾ ਹੈ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਹੁਣ ਆਪਾਂ ਸ਼ੁਰੂਆਤ ਕਰੀਏ ਛੋਟੇ ਲੈਵਲ ਤੋਂ, ਫਿਰ ਸਾਡੀ ਗੱਲ ਜਿਹੜੀ ਆ ਉਹ ਸਮਝ ਵਿੱਚ ਆਏਗੀ। ਜਿਵੇਂ ਕਹਿ ਸਕਦੇ ਹਾਂ ਵੀ ਕਿਸੇ ਦੇ ਘਰ ਦੇ ਵਿੱਚ ਛੋਟਾ ਬਾਲਕ ਜਦੋਂ ਜਨਮ ਲੈਂਦਾ ਹੈ, ਅਤੇ ਅਸੀਂ ਉਹਨੂੰ ਸਭ ਤੋਂ ਪਹਿਲਾਂ ਜਦੋਂ
ਉਹ ਜਿਵੇਂ ਜਿਵੇਂ ਕੋਈ ਮਹੀਨੇ 2 ਮਹੀਨੇ 4 ਮਹੀਨੇ 6 ਮਹੀਨਿਆਂ ਦਾ ਹੁੰਦਾ ਜਾਂ ਸਾਲ ਦਾ ਹੁੰਦਾ, ਅਤੇ ਅਸੀਂ ਉਹਨੂੰ ਮਤਲਬ ਕਹਿਣਾ ਸ਼ੁਰੂ ਕਰ ਦਿੰਦੇ। ਉਹਦੇ ਕੰਨ ਦੇ ਵਿੱਚ ਕਿਹੜੀਆਂ ਆਵਾਜ਼ਾਂ ਪਾਉਣੇ ਆ, ਜਿਵੇਂ ਅਸੀਂ ਕਹਿੰਦੇ ਬੋਲ, ਕਹਿ ਤੂੰ, ਪਾਪਾ ਕਹਿ, ਮੰਮੀ ਕਹਿ, ਇਸੇ ਤਰ੍ਹਾਂ ਮਾਮਾ ਕਹਿ, ਨਾਨਾ ਕਹਿ, ਦਾਦਾ ਕਹਿ, ਦਾਦੀ ਕਹਿ। ਇਹ ਸ਼ਬਦ ਆ। ਇਹ ਜਿਹੜੇ ਸ਼ਬਦ ਜਦੋਂ ਇਹਨਾਂ ਨੂੰ ਆਪਾਂ ਬੋਲਦੇ ਹਾਂ ਅਤੇ ਬੋਲਣ ਦੇ ਵਾਸਤੇ ਜਿਹੜੀ ਹੈ ਉਹ ਅਸੀਂ ਜਿਹੜੀ ਪਾਉਣ ਇਸਤੇਮਾਲ ਕਰਦੇ ਹਾਂ। ਇਸੇ ਕਰਕੇ ਮਹਾਰਾਜ ਕਥਨ ਕਰਦੇ ਕਿ ਪਵਣੇ ਖੇਲ ਕੀਆ ਸਭ ਥਾਈਂ ਕਲਾ ਖਿੰਚ ਟਾਹਾਏ ਦਾ। ਅਤੇ ਬੰਦੇ ਦਾ ਜਿੰਨਾ ਚਿਰ ਸੰਸਾਰ 'ਤੇ ਰਹਿਣਾ ਹੈ ਅਤੇ ਪਵਨ ਦੇ ਨਾਲ ਬਹੁਤ ਵੱਡਾ ਸੰਬੰਧ ਆ, ਕਿਉਂਕਿ ਪਵਨ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਚੱਲਦੀ ਹੈ, ਸਵਾਸ ਕਹਿ ਲਓ, ਇਹ ਵੀ ਇਸੇ ਦਾ ਹੀ ਇੱਕ ਰੂਪ ਹੈ। ਜਿੰਨਾ ਚਿਰ ਬੰਦਾ ਸਵਾਸਾਂ 'ਤੇ ਚੱਲਦਾ ਉਹਨਾਂ ਚਿਰ ਸਾਨੂੰ ਸਵਾਸਾਂ ਦੀ ਲੋੜ ਹੈ, ਅਤੇ ਸਵਾਸ ਵੀ ਜਿਹੜੇ ਆ ਉਹ ਪਾਉਣ ਦੇ ਰਾਹੀਂ ਆਉਂਦੇ ਆ, ਪਵਨ ਸਾਡੇ ਅੰਦਰ ਚੱਲਦੀ। ਕਿਉਂਕਿ 5 ਤੱਤ ਦਾ ਸਰੀਰ ਬਣਿਆ, ਜਿਹਦੇ ਵਿੱਚ ਇੱਕ ਪਵਨ ਤੱਤ ਹੈ। ਇਸ ਵਾਸਤੇ ਪਵਨ ਦਾ ਬਹੁਤ ਵੱਡਾ ਮਹਾਤਮ ਹੈ। ਇਸੇ ਕਰਕੇ ਪਵਨ ਨੂੰ ਗੁਰੂ ਆਖਿਆ। ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ, ਕਿਉਂਕਿ ਮਹਾਰਾਜ ਕਹਿੰਦੇ ਆ ਕਿ ਇਹਨਾਂ ਚੀਜ਼ਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੇ ਮਹਾਤਮ ਆ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਜਿਸ ਧਰਤੀ 'ਤੇ ਅਸੀਂ ਰਹਿੰਦੇ ਉਹਨੂੰ ਗੁਰੂ ਸਾਹਿਬ ਨੇ ਮਾਤਾ ਆਖਿਆ। ਸੋ ਇਹਨਾਂ ਦੇ ਜਿਹੜੇ ਅਰਥ ਨੇ ਬੜੇ ਡੂੰਘੇ, ਹੌਲੀ ਹੌਲੀ ਬੰਦੇ ਨੂੰ ਸਮਝ ਵਿੱਚ ਆਉਂਦੀਆਂ ਇਹ ਚੀਜ਼ਾਂ। ਜਦੋਂ ਅਸੀਂ ਬੋਲਦੇ ਹਾਂ ਅੱਖਰ, ਅਤੇ ਅੱਖਰਾਂ ਨੂੰ ਅਸੀਂ ਸ਼ਬਦ ਆਖਦੇ ਹਾਂ, ਅਤੇ ਜਦੋਂ ਉਹ ਸ਼ਬਦ ਅਸੀਂ ਜ਼ੁਬਾਨ ਦੇ ਨਾਲ ਬੋਲਦੇ ਪਾਉਣ ਦੇ ਰਾਹੀਂ, ਤਾਂ ਫਿਰ ਉਹ ਆਵਾਜ਼ ਬਣ ਜਾਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਥਨ ਕੀਤਾ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾ। ਹੁਣ ਹੌਲੀ ਹੌਲੀ ਅਸੀਂ ਇਹ ਅੱਖਰ ਉਹਦੇ ਅੰਦਰ, ਬੱਚੇ ਦੇ ਅੰਦਰ ਅਸੀਂ ਕੰਨ ਦੇ ਰਾਹੀਂ ਪਾਉਣੇ ਆ, ਪਾਉਣ ਦੇ ਰਾਹੀਂ ਕਿ ਬੋਲ ਪਾਪਾ, ਬੋਲ ਮੰਮੀ, ਬੋਲ ਇਸੇ ਤਰ੍ਹਾਂ ਦਾਦਾ ਦਾਦੀ, ਨਾਨੀ ਨਾਨਾ, ਵੀਰਾ ਭੈਣ। ਇਹ ਜਿਹੜੇ ਵੀ ਅਸੀਂ ਅੱਖਰ ਬੋਲਦੇ ਹਾਂ, ਫਿਰ ਹੌਲੀ ਹੌਲੀ ਜਦੋਂ ਬੱਚਾ ਜਿਹੜਾ ਇਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦਾ, ਅਤੇ ਮਹਾਰਾਜ ਕਹਿੰਦੇ ਸੁਣੇ ਸਤ ਸੰਤੋਖ ਗਿਆਨ। ਗਿਆਨ ਜਿਹੜਾ ਕਦੋਂ ਪ੍ਰਾਪਤ ਹੁੰਦਾ ਬੰਦੇ ਨੂੰ? ਜਦੋਂ ਸੁਣਦਾ। ਧਾਰਮਿਕ ਜਗਤ ਦੀ ਜਿਹੜੀ ਜਿੰਨੀ ਵੀ ਜਿਹੜੀ ਇਹ ਕਲਾ ਸ਼ਕਤੀ ਹੈ, ਉਹ ਸਾਰੀ ਜਿਹੜੀ ਕਲਾ ਉਹ ਸੁਣਨ ਦੇ ਉੱਤੇ ਮਹੱਤਵ ਰੱਖਦੀ। ਪਹਿਲਾਂ ਸੁਣਾਂਗੇ, ਸੁਣਨ ਤੋਂ ਬਾਅਦ ਫਿਰ ਅਸੀਂ ਸਮਝਾਂਗੇ, ਵਿਚਾਰਾਂਗੇ, ਅਤੇ ਫਿਰ ਬੰਦਾ ਅੱਗੇ ਬੋਲਦਾ। ਸਭ ਤੋਂ ਪਹਿਲਾਂ ਆਪਾਂ ਦੂਜੇ ਦੀ ਗੱਲ ਨੂੰ ਸੁਣਦੇ ਹਾਂ, ਫਿਰ ਆਪਾਂ ਸੁਣ ਕੇ ਉਹਦਾ ਗਿਆਨ ਪ੍ਰਾਪਤ ਹੁੰਦਾ, ਫਿਰ ਅਸੀਂ ਮਤਲਬ ਉਹਦਾ ਅੱਗੋਂ ਜਵਾਬ ਦਿੰਦੇ, ਉੱਤਰ ਦਿੰਦੇ। ਪਰ ਜਿਹੜਾ ਛੋਟਾ ਬਾਲਕ ਆ ਉਹਨੂੰ ਇਸ ਚੀਜ਼ ਦੀ ਸਮਝ ਨਹੀਂ। ਪਰ ਅੱਖਰਾਂ ਦਾ ਬੜਾ ਵੱਡਾ ਮਹਾਤਮ ਹੈ, ਕਿਉਂਕਿ ਅੱਖਰਾਂ ਦੇ ਵਿੱਚ ਗਿਆਨ ਹੈ। ਅੱਖਰਾਂ ਦੇ ਵਿੱਚ ਜਿਹੜੇ ਆ ਉਹ ਸ਼ਬਦ ਨੇ। ਸ਼ਬਦ ਉਹੀ ਸ਼ਬਦ ਜਦੋਂ ਫਿਰ ਬੱਚਾ ਵੱਡਾ ਹੋ ਜਾਂਦਾ, ਉਹਨੂੰ ਅਸੀਂ ਪਹਿਲੀ ਕਲਾਸ ਦੇ ਵਿੱਚ ਸਕੂਲੇ ਪੜ੍ਹਨ ਵਾਸਤੇ ਭੇਜਦੇ ਹਾਂ, ਅਤੇ ਫਿਰ ਉਹ ਹੌਲੀ ਹੌਲੀ ਅੱਖਰ ਲਿਖਣੇ ਵੀ ਸ਼ੁਰੂ ਕਰ ਦਿੰਦਾ। ਊੜਾ ਐੜਾ ਈੜੀ, ਇਸੇ ਤਰ੍ਹਾਂ ਅੰਗਰੇਜ਼ੀ ਜਿੰਨੀਆਂ ਵੀ ਭਾਸ਼ਾਵਾਂ ਕਹਿ ਲਓ, ਉਹਨਾਂ ਦੇ ਵਿੱਚ ਉਹ ਪੜ੍ਹਨਾ ਸ਼ੁਰੂ ਕਰ ਦਿੰਦਾ। ਅਤੇ ਜਿਵੇਂ ਜਿਵੇਂ ਉਹ ਬੱਚਾ ਪੜ੍ਹਦਾ ਜਾਂਦਾ, ਅਤੇ ਤਿਵੇਂ ਤਿਵੇਂ ਉਹਨੂੰ ਜਿਹੜਾ ਉਹਦੇ ਅੰਦਰ ਗਿਆਨ ਵੱਧਦਾ ਜਾਂਦਾ। ਪਰ ਸੰਬੰਧ ਕਿਸ ਚੀਜ਼ ਨਾਲ ਜੁੜਿਆ? ਬੋਲਣ ਦੇ ਨਾਲ ਅਤੇ ਸੁਣਨ ਦੇ ਨਾਲ। ਅਤੇ ਬੋਲਣ ਅਤੇ ਸੁਣਨ ਦੇ ਵੇਲੇ ਜਿਹੜੇ ਅੱਖਰ ਇਸਤੇਮਾਲ ਹੁੰਦੇ ਆ, ਉਹ ਅਸੀਂ ਉਸ ਨੂੰ ਲੋਕ ਬਾਣੀ ਆਖਦੇ ਹਾਂ। ਪਰ ਉਹ ਹੀ ਜਦੋਂ ਕਿਸੇ ਕਮਾਈ ਵਾਲੇ ਹਿਰਦੇ ਦੇ ਵਿੱਚ, ਜਿਵੇਂ ਗੁਰੂ ਸਾਹਿਬ ਦੇ ਰਾਹੀਂ ਇਹ ਚੀਜ਼ ਆਈ, ਤਾਂ ਫਿਰ ਉਹ ਬਣ ਗਈ ਗੁਰੂ ਬਾਣੀ। ਕਿਉਂਕਿ ਮਹਾਰਾਜ ਕਹਿੰਦੇ ਵੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਧੁਰ ਤੋਂ ਆਈ ਹੈ, ਇਸ ਕਰਕੇ ਇਹ ਧੁਰ ਕੀ ਬਾਣੀ ਹੈ। ਅਤੇ ਜਦੋਂ ਗੁਰੂ ਦੇ ਮੁਖ ਤੋਂ ਇਹ ਪ੍ਰਗਟ ਹੋਈ, ਅਤੇ ਫਿਰ ਇਹ ਗੁਰੂ ਬਾਣੀ ਹੋ ਗਈ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਨੂੰ ਜਿਹੜਾ ਸਰਵਉੱਚ ਜਿਹੜਾ ਉਹ ਪਦ ਦਿੱਤਾ, ਕਿ ਮਹਾਰਾਜ ਕਹਿੰਦੇ ਵਾਹ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਵੀ ਇਹਦੇ ਬਰਾਬਰ ਤੇ ਹੋਰ ਨਹੀਂ ਕੁਝ ਹੋ ਸਕਦਾ। ਇਸੇ ਕਰਕੇ ਮਹਾਰਾਜ ਕਥਨ ਕਰਦੇ ਕਿ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕੱਚੀ ਤਾਂ ਬਾਣੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਹੋ ਹਾਣੀ। ਇਹ ਜਿਹੜੀ ਸਾਡੀ ਬਾਣੀ ਹੈ, ਇਹਨੂੰ ਲੋਕ ਬਾਣੀ ਕਹਿ ਲਓ, ਕੱਚੀ ਬਾਣੀ ਕਹਿ ਲਓ, ਕਿਉਂਕਿ ਇਹਦੇ ਵਿੱਚ ਉਹ ਤਾਕਤ ਨਹੀਂ ਜਿਹੜੀ ਤਾਕਤ ਗੁਰੂ ਬਾਣੀ ਦੇ ਵਿੱਚ ਹੈ, ਗੁਰੂ ਸ਼ਬਦ ਦੇ ਵਿੱਚ ਹੈ। ਹੁਣ ਉਹੀ ਜਿਹੜੀ ਬਾਣੀ ਗੁਰੂ ਸਾਹਿਬ ਬੋਲਦੇ, ਉਹੀ ਅੱਖਰ, ਉਹੀ ਆਵਾਜ਼ ਗੁਰੂ ਸਾਹਿਬ ਜਦੋਂ ਬੋਲਦੇ ਹੈ, ਅਤੇ ਉਹ ਗੁਰੂ ਕੀ ਬਾਣੀ ਹੈ। ਉਸੇ ਨੂੰ ਮਹਾਰਾਜ ਕਹਿੰਦੇ ਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ
ਗੁਰੂ ਨਿਸਤਾਰੇ। ਹੁਣ 1430 ਅੰਗ ਦੇ ਵਿੱਚ ਵੀ ਉਹੀ ਅੱਖਰ ਨੇ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਪਰ ਉਹੀ ਅੱਖਰ ਜਿਹੜੇ ਆ ਗੁਰੂ ਸਾਹਿਬ ਨੇ ਜਦੋਂ ਵਰਤੇ ਆ ਤੇ ਫਿਰ ਉਹ ਗੁਰੂ ਕੀ ਬਾਣੀ ਬਣ ਗਈ। ਇਸ ਕਰਕੇ ਫਿਰ ਉਹ ਸ਼ਬਦ ਗੁਰੂ ਹੋ ਗਿਆ, ਕਿਉਂਕਿ ਗੁਰਤਾ ਗੱਦੀ ਸ਼ਬਦ ਗੁਰੂ ਨੂੰ ਮਿਲੀ ਹੈ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਾਡਾ ਗੁਰੂ ਸ਼ਬਦ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਕੋਲ ਗੁਰੂ ਨਾਨਕ ਸਾਹਿਬ ਜਦੋਂ ਗਏ ਅਤੇ ਉਹਨਾਂ ਨੇ ਉੱਥੋਂ ਜਿਹੜਾ ਲੈ ਕੇ ਆਂਦਾ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਹੜਾ ਉਹਨਾਂ ਨੇ ਮੂਲ ਮੰਤਰ ਲੈ ਕੇ ਸਾਨੂੰ ਅੱਗੋਂ ਜਿਹੜਾ ਆਪਣੇ ਨਾਮ ਦੀ ਮੋਹਰ ਲਗਾ ਕੇ ਨਾਨਕ ਹੋਸੀ ਵੀ ਸੱਚ ਤਾਈਂ ਦਿੱਤਾ। ਇਸ ਵਾਸਤੇ ਇਹ ਚੀਜ਼ ਜਿਹੜੀ ਆ ਇਹਦੇ ਵਿੱਚ ਅਤੇ ਸਾਡੀ ਜਿਹੜੀ ਲੋਕ ਬਾਣੀ ਕੱਚੀ ਬਾਣੀ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ। ਇਹ ਸਾਡੀ ਲੋਕ ਬਾਣੀ ਹੈ, ਕੱਚੀ ਬਾਣੀ ਹੈ ਜਿਹੜੀ ਬੋਲਦੇ ਆ, ਪਰ ਜਿਹੜੀ ਗੁਰੂ ਸਾਹਿਬ ਤੋਂ ਆਉਂਦੀ ਹੈ ਉਹ ਗੁਰੂ ਕੀ ਬਾਣੀ ਹੈ। ਇਸ ਜਿਵੇਂ ਜਿਹੜੇ ਵੇਦ ਨੇ ਜਿਵੇਂ ਉਹ ਪ੍ਰਗਟ ਹੋਏ ਉਹਨਾਂ ਨੂੰ ਵੇਦ ਬਾਣੀ ਆਖ ਦਿੰਦੇ ਆ ਜਾਂ ਭਾਖਾ ਬਾਣੀ ਕਹਿ ਦਿੰਦੇ ਆ। ਜਿਵੇਂ ਕਿ ਆਮ ਕਵੀ ਲੋਕ ਜਿਹੜੇ ਉਚਾਰਨ ਕਰਦੇ ਆ ਆਪਣੀ ਭਾਖਾ ਬਾਣੀ ਦੁਆਰਾ ਆਪਣੀ ਬੋਲੀ ਭਾਸ਼ਾ ਦੇ ਵਿੱਚ ਉਹ ਜਿਹੜਾ ਅੰਦਰ ਉਹਨਾਂ ਦੇ ਅੰਦਰ ਗਿਆਨ ਹੁੰਦਾ ਉਹਨੂੰ ਆਪਣੇ ਸ਼ਬਦਾਂ ਦੇ ਰਾਹੀਂ ਜਿਹੜਾ ਬਾਹਰ ਪ੍ਰਗਟ ਕਰਦੇ ਆ। ਜਿਵੇਂ ਆਪਾਂ ਕਹਿੰਦੇ ਹਾਂ ਸੰਤ ਬਾਣੀ, ਜਿਵੇਂ ਸੰਤ ਮਹਾਂਪੁਰਸ਼ ਜਿਹੜੇ ਆ ਜਦੋਂ ਉਹ ਕਵਿਤਾ ਦੇ ਰੂਪ ਦੇ ਵਿੱਚ ਸਾਨੂੰ ਦਿੰਦੇ ਆ, ਜਾਂ ਆਮ ਕਵੀ ਲੋਕ ਜਿਹੜੇ ਆ ਉਹ ਕਵਿਤਾ ਦੇ ਰੂਪ ਦੇ ਵਿੱਚ ਉਹੀ ਅੱਖਰ ਇਸਤੇਮਾਲ ਕਰਦੇ ਹੋ ਅਤੇ ਉਹਨੂੰ ਆਪਾਂ ਕਹਿ ਦਿੰਦੇ ਵੀ ਕਵਿਤਾ। ਸੋ ਇਹ ਜਿੰਨਾ ਵੀ ਸਾਧ ਸੰਗਤ ਜੀ ਸਾਰਾ ਸੰਬੰਧ ਹੈ ਇਹਨਾਂ ਚੀਜ਼ਾਂ ਦਾ, ਉਹ ਸਾਰਾ ਕਿੱਥੋਂ ਸ਼ੁਰੂ ਹੁੰਦਾ ਹੈ ਅਤੇ ਕਿੱਥੇ ਇਸਤੇਮਾਲ ਹੁੰਦਾ ਹੈ। ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਉਹ ਇਸ ਚੀਜ਼ ਨੂੰ ਸਮਝੋ ਕਿ ਉਹ ਕੀ ਹੈ ਅੱਖਰ। ਇਹਨਾਂ ਅੱਖਰਾਂ ਦੀ ਸਮਝ ਕਦੋਂ ਪੈਂਦੀ ਹੈ? ਜਦੋਂ ਬੱਚਾ ਸਕੂਲ ਦੇ ਵਿੱਚ ਪੜ੍ਹਦਾ ਸੁਣਦਾ ਹੈ, ਫਿਰ ਉਹ ਇਹ ਅੱਖਰ ਨਾਲ ਨਾਲ ਲਿਖਦਾ ਵੀ ਹੈ, ਕਾਗਜ਼ਾਂ ਦੇ ਉੱਤੇ ਲਿਖਦਾ, ਫੱਟੀ ਦੇ ਉੱਤੇ ਜਿਵੇਂ ਪੁਰਾਣੇ ਸਮਿਆਂ 'ਚ ਲਿਖਦੇ ਸੀ। ਹੁਣ ਕਾਪੀ ਪੈਨ ਆ ਗਏ, ਕਾਪੀ ਪੈਨ ਦੇ ਦੁਆਰਾ ਉਹੀ ਅੱਖਰ ਪੜ੍ਹਦਾ ਵੀ ਹੈ। ਕਿਤਾਬਾਂ ਦੇ ਵਿੱਚ ਉਹੀ ਅੱਖਰ ਲਿਖੇ ਆ, ਉਹੀ ਲਗ ਮਾਤਰਾ ਲਿਖੀਆਂ ਨੇ, ਉਹਨਾਂ ਨੂੰ ਹੀ ਪੜ੍ਹਦਾ ਅਤੇ ਉਹਨਾਂ ਨੂੰ ਹੀ ਫਿਰ ਅਸੀਂ ਜਦੋਂ ਬੋਲਦੇ ਹਾਂ ਆਵਾਜ਼ ਜਿਹਨੂੰ ਕਹਿੰਦੇ, ਉਸੇ ਸ਼ਬਦਾਂ ਨੂੰ ਜਦੋਂ ਮਾਸਟਰ ਭੈਣ ਜੀ ਜਾਂ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਵਿਦਵਾਨ ਗਿਆਨੀ, ਅਤੇ ਉਹ ਇਸੇ ਤਰ੍ਹਾਂ ਹੀ ਉਹ ਜਦੋਂ ਬੋਲਦੇ ਆ ਉਹ ਫਿਰ ਆਵਾਜ਼ ਜਿਹੜੇ ਦੇ ਰਾਹੀਂ ਸਾਡੇ ਕੋਲ ਅੱਖਰ ਪਹੁੰਚਦੇ ਆ। ਇਹ ਅੱਖਰ ਹੀ ਲਿਖਣ ਬੋਲਣ ਬਾਣ। ਅੱਖਰਾਂ ਤੋਂ ਬਿਨਾਂ ਬੰਦਾ ਜਿਹੜਾ ਉਹ ਦੁਨਿਆਵੀ ਪੜ੍ਹਾਈ ਵੀ ਨਹੀਂ ਪੜ੍ਹ ਸਕਦਾ, ਅਧਿਆਤਮਿਕ ਪੜ੍ਹਾਈ ਵੀ ਦੂਰ ਦੀ ਗੱਲ ਹੈ। ਦੁਨਿਆਵੀ ਅੱਖਰ ਜਿੰਨਾ ਚਿਰ ਬੰਦਾ ਵਰਤਦਾ ਨਹੀਂ, ਬੋਲਣੇ ਨਹੀਂ ਸ਼ੁਰੂ ਕਰਦਾ, ਸੁਣਨੇ ਨਹੀਂ ਸ਼ੁਰੂ ਕਰਦਾ, ਪੜ੍ਹਨੇ ਨਹੀਂ ਸ਼ੁਰੂ ਕਰਦਾ, ਲਿਖਣੇ ਨਹੀਂ ਸ਼ੁਰੂ ਕਰਦਾ, ਉਹਨਾਂ ਚਿਰ ਉਹਨੂੰ ਦੁਨਿਆਵੀ ਗਿਆਨ ਵੀ ਪ੍ਰਾਪਤ ਨਹੀਂ ਹੋ ਸਕਦਾ। ਅਤੇ ਜਿਹੜਾ ਮਨੁੱਖ ਬੋਲ ਨਹੀਂ ਸਕਦਾ ਜਾਂ ਸੁਣ ਨਹੀਂ ਸਕਦਾ, ਜਾਂ ਉਹਨੂੰ ਕਹਿ ਸਕਦੇ ਵੀ ਇਹ ਗੂੰਗਾ ਜਾਂ ਬੋਲਾ ਹੈ, ਅਤੇ ਉਹ ਇੱਕ ਪਸ਼ੂ ਦੇ ਸਮਾਨ ਹੈ। ਉਹਦਾ ਇਸ ਸੰਸਾਰ ਦੇ ਨਾਲ ਸੰਬੰਧ ਨਹੀਂ ਜੁੜ ਸਕਦਾ। ਦੁਨੀਆ ਦੇ ਨਾਲ, ਸੰਸਾਰ ਦੇ ਨਾਲ ਜਦੋਂ ਬੰਦੇ ਦਾ ਸੰਬੰਧ ਜੁੜਦਾ ਹੈ, ਅਤੇ ਜੁੜਦਾ ਕਦੋਂ ਹੈ? ਜਦੋਂ ਉਹ ਇਹਨਾਂ ਸ਼ਬਦਾਂ ਨੂੰ ਜਾਂ ਕਹਿ ਲਓ ਅੱਖਰਾਂ ਨੂੰ ਜਿੰਨਾ ਚਿਰ ਉਹ ਕੰਨ ਦੇ ਨਾਲ ਸੁਣਦਾ ਨਹੀਂ। ਜਿਵੇਂ ਜਿਵੇਂ ਫਿਰ ਉਹ ਕੰਨਾਂ ਦੇ ਨਾਲ ਇਸ ਆਵਾਜ਼ ਨੂੰ, ਅੱਖਰਾਂ ਨੂੰ, ਸ਼ਬਦਾਂ ਨੂੰ ਸੁਣਦਾ ਹੈ, ਅਤੇ ਸੁਣਨ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਬੋਲਣਾ ਸ਼ੁਰੂ ਕਰ ਦਿੰਦਾ। ਜਿਵੇਂ ਛੋਟਾ ਬੱਚਾ ਉਹਨੂੰ ਪਹਿਲਾਂ ਸਿਖਾਇਆ ਜਾਂਦਾ, ਫਿਰ ਹੌਲੀ ਹੌਲੀ ਇੱਕ ਦਿਨ ਪਾਪਾ ਕਹਿੰਦਾ, ਫਿਰ ਮੰਮੀ ਕਹਿੰਦਾ, ਇਸੇ ਤਰ੍ਹਾਂ ਨਾਨੀ ਕਹਿੰਦਾ, ਦਾਦਾ ਕਹਿੰਦਾ, ਸਾਰੇ ਜਾਣੀ ਕਿ ਜੀਆਂ ਦੇ ਨਾਂ ਲੈਂਦਾ। ਫਿਰ ਉਹਦੇ ਸਾਰੇ ਸੰਸਾਰ ਦੇ ਨਾਲ ਸੰਬੰਧ ਜੁੜ ਜਾਂਦੇ ਆ। ਇਸੇ ਤਰ੍ਹਾਂ ਹੀ ਉਹ ਵੀ ਅੱਖਰ ਹੈ। ਜਦੋਂ ਬੰਦਾ ਗੁਰੂ ਵਾਲਾ ਬਣਦਾ, ਨਾਮਦਾਨ ਲੈਂਦਾ, ਉੱਥੋਂ ਵੀ ਸਾਨੂੰ ਪੰਜ ਪਿਆਰੇ ਜਿਹੜਾ ਮੂਲ ਮੰਤਰ ਦਿੰਦੇ ਆ, ਗੁਰਮੰਤਰ ਦਿੰਦੇ ਆ, ਸਤਿਨਾਮ ਵਾਹਿਗੁਰੂ ਦਿੰਦੇ। ਜਦੋਂ ਅਸੀਂ ਕੋਈ ਵੀ ਬੰਦਾ ਗੁਰਬਾਣੀ ਪੜ੍ਹਦਾ, ਉਹ ਵੀ ਅੱਖਰ ਨੇ, ਉਹਨਾਂ ਨੂੰ ਅਸੀਂ ਗੁਰਮੁਖੀ ਅੱਖਰ ਕਹਿ ਦਿੰਦੇ। ਅਸੀਂ ਪੰਜਾਬੀ ਭਾਸ਼ਾ ਜਿਵੇਂ ਕਹਿ ਦਿੰਦੇ, ਪੰਜਾਬ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ, ਪੰਜਾਬੀ ਅੱਖਰਾਂ ਦੇ ਵਿੱਚ ਵੀ ਉਹੀ ਚੀਜ਼ ਹੈ, ਗਿਆਨ ਤਾਂ ਉਹੀ ਹੈ। ਪਰ ਜਦੋਂ ਬੰਦੇ ਨੂੰ ਸੁਣਨ ਦੀ ਕਲਾ ਸਮਝ ਵਿੱਚ ਆ ਜਾਂਦੀ ਹੈ, ਫਿਰ ਉਹਦੀ ਬੋਲਣ ਦੀ ਕਲਾ ਜਿਹੜੀ ਹੈ ਉਹ ਵੀ ਸੁੰਦਰ ਹੋ ਜਾਂਦੀ ਹੈ, ਅਤੇ ਉਹਦੇ ਅੰਦਰ ਫਿਰ ਹੌਲੀ ਹੌਲੀ ਗਿਆਨ ਜਿਹੜਾ ਵੱਧਦਾ ਜਾਂਦਾ ਹੈ ਅਤੇ ਗਿਆਨ ਜਿਹੜਾ ਪ੍ਰਗਟ ਹੋਈ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜੀ ਸਾਰੀ ਚੀਜ਼ ਹੈ ਉਹ ਸ਼ਬਦ ਤੋਂ ਸ਼ੁਰੂ ਹੁੰਦੀ ਹੈ, ਅੱਖਰਾਂ ਤੋਂ ਸ਼ੁਰੂ ਹੋ ਕੇ ਅੱਖਰਾਂ ਦੇ ਨਾਲ ਹੀ ਸਮਾਪਤੀ ਹੁੰਦੀ ਹੈ। ਹੁਣ ਇਹ ਸੰਸਾਰ ਨੇ ਸ੍ਰਿਸ਼ਟੀ ਪਰਮਾਤਮਾ ਨੇ ਨਾਮ ਤੋਂ ਸ੍ਰਿਸ਼ਟੀ ਬਣਾਈ ਹੈ। ਇਸੇ ਕਰਕੇ ਗੁਰੂ ਸਾਹਿਬ ਕਥਨ ਕਰਦੇ, ਨਾਮੇ ਹੀ ਤੇ ਸਭ ਕੁਛ ਹੋਆ, ਵਿਣ ਸਤਿਗੁਰ ਨਾਮ ਨਾ ਜਾਪੈ। ਨਾਮ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਅਤੇ ਨਾਮ ਦੇ ਦੁਆਰਾ ਹੀ ਸਮਾਪਤੀ ਹੋਈ ਨੇ। ਜਿਵੇਂ ਘਰ ਦੇ ਵਿੱਚ ਜਿਵੇਂ ਮਕਾਨ ਹੁੰਦਾ, ਉਹਦਾ ਇੱਕ ਗੇਟ ਹੁੰਦਾ, ਮੇਨ ਦਰਵਾਜ਼ਾ। ਘਰ ਦੇ ਵਿੱਚ ਬੰਦਾ ਵੜਦਾ ਵੀ ਦਰਵਾਜ਼ੇ ਦੇ ਰਾਹੀਂ ਹੈ ਅਤੇ ਘਰ ਦੇ ਵਿੱਚੋਂ ਨਿਕਲਦਾ ਵੀ ਦਰਵਾਜ਼ੇ ਦੇ ਰਸਤੇ ਹੀ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਪਰਮਾਤਮਾ ਨੇ ਜਿਹੜਾ ਸ੍ਰਿਸ਼ਟੀ ਹੈ ਦੁਨੀਆ, ਉਹ
ਦਰਵਾਜ਼ਾ ਜਿਹੜਾ ਹੈ ਉਹ ਨਾਮ ਹੈ। ਪਰਮਾਤਮਾ ਜਿਹੜਾ ਪ੍ਰਕਾਸ਼ ਦੇ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਪ੍ਰਕਾਸ਼ ਹੈ, ਸ਼ਕਤੀ ਹੈ, ਜੋਤ ਹੈ, ਉਹੀ ਗੁਰੂ ਦੇ ਰੂਪ ਦੇ ਵਿੱਚ ਸ਼ਬਦ ਹੈ, ਨਾਮ ਹੈ। ਇਸੇ ਤਰ੍ਹਾਂ ਹੀ ਉਸੇ ਦੀ ਜਿਹੜੀ ਕਲਾ ਜਿਹੜੀ ਸੰਸਾਰ ਦੇ ਵਿੱਚ ਵਰਤਦੀ ਹੈ। ਇਸ ਵਾਸਤੇ ਇਹ ਜਿਹੜਾ ਸਾਰਾ ਗਿਆਨ ਹੈ ਉਹ ਅੱਖਰਾਂ ਦੇ ਵਿੱਚ ਪਿਆ, ਅਤੇ ਅੱਖਰਾਂ ਦਾ ਬਹੁਤ ਵੱਡਾ ਮਹਾਤਮ ਹੈ। ਜੇ ਸੰਸਾਰ ਦੇ ਵਿੱਚ ਇਹ ਅੱਖਰ ਨਾ ਹੋਣ ਤਾਂ ਨਾ ਹੀ ਕੋਈ ਪੜ੍ਹ ਸਕਦਾ, ਨਾ ਕੋਈ ਜਿਹੜਾ ਲਿਖ ਸਕਦਾ, ਨਾ ਹੀ ਕੋਈ ਸੁਣ ਸਕਦਾ ਹੈ। ਇਹ ਅੱਖਰਾਂ ਦੀ ਮਹਿਮਾ ਜਿਹੜੀ ਹੈ ਅਪਰੰਪਾਰ ਹੈ। ਸ਼ਬਦ ਦਾ ਜਿਹੜਾ ਖੇਲ ਹੈ ਉਹ ਬਹੁਤ ਵੱਡਾ ਹੈ। ਇੱਕ ਨਾਮ ਇਹ ਹੈ ਜਿਹੜਾ ਅਸੀਂ ਜਿਵੇਂ ਕਹਿ ਲਓ ਵੀ ਧਰਤੀ ਦੇ ਵਿੱਚ ਵੀ ਪਾਣੀ ਹੈ, ਪਰ ਜਦੋਂ ਅਸੀਂ ਬੋਰ ਕਰਦੇ ਹਾਂ ਪਹਿਲਾਂ ਬਾਹਰੋਂ ਪਾਣੀ ਪਾਉਂਦੇ ਹਾਂ ਅਤੇ ਫਿਰ ਉਹ ਪਾਣੀ ਪਾ ਕੇ ਅਸੀਂ ਬੋਰ ਕਰਨਾ ਸ਼ੁਰੂ ਕਰਦੇ ਹਾਂ, ਅਤੇ ਬਾਹਰੋਂ ਪਾਣੀ ਪਾ ਕੇ ਫਿਰ ਬੋਰ ਚੁਕਾਇਆ ਜਾਂਦਾ ਹੈ। ਫਿਰ ਜਦੋਂ ਪਾਣੀ ਫਿਰ ਥੱਲੜਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਵੇਂ ਕਿ ਹਰ ਇੱਕ ਲੱਕੜ ਦੇ ਵਿੱਚ ਅੱਗ ਹੈ, ਪਰ ਉਹ ਲੱਕੜ ਨੂੰ ਅੱਗ ਪਹਿਲਾਂ ਬਾਹਰੋਂ ਲਾਈ ਜਾਂਦੀ ਹੈ। ਜਦੋਂ ਕਿਸੇ ਵੀ ਲੱਕੜ ਨੂੰ ਬਾਲਣ ਨੂੰ ਪਹਿਲਾਂ ਅਸੀਂ ਬਾਹਰੋਂ ਬਰੂਦ ਕਹਿ ਲਓ, ਡੱਬੀ ਦੀ ਤੀਲ ਕਹਿ ਲਓ, ਉਹਦੇ ਵਿੱਚ ਵੀ ਉਹੀ ਅਗਨੀ ਹੈ, ਪਰ ਜਦੋਂ ਅਸੀਂ ਪਹਿਲਾਂ ਬਾਹਰੋਂ ਅਗਨੀ ਪ੍ਰਗਟ ਕੀਤੀ ਜਾਂਦੀ, ਉਹਨੂੰ ਲਾਈ ਜਾਂਦੀ ਹੈ, ਅੱਗ ਬਾਲਣ ਨੂੰ ਬਾਲੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਲੱਕੜ ਜਿਹੜੀ ਆਪਣੀ ਅੱਗ ਦੇ ਨਾਲ ਹੀ ਮੱਚਣਾ ਸ਼ੁਰੂ ਕਰ ਦਿੰਦੀ, ਉਹ ਆਪਣੀ ਅੱਗ ਦੇ ਦੁਆਰਾ ਹੀ ਆਪਣੀ ਆਪ ਨੂੰ ਉਹ ਲੱਕੜ ਜਿਹੜੀ ਸਾੜਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਹਰ ਇੱਕ ਦੇ ਅੰਦਰ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਹਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਤਾਂ ਹੀ ਤਾਂ ਆਖਿਆ, ਮਹਾਰਾਜ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣ। ਹੁਣ ਮਨਮੁਖ ਬੰਦੇ ਨੂੰ ਇਸ ਚੀਜ਼ ਦਾ ਗਿਆਨ ਨਹੀਂ ਕਿ ਇਹਦੇ ਵਿੱਚ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਬੈਠਾ। ਜਿਵੇਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ, ਹਰ ਮੰਦਰ ਕਹਿੰਦੇ ਹਾਂ। ਹਰ ਮੰਦਰ ਤੋਂ ਭਾਵ ਆ ਕਿ ਉੱਥੇ ਦਰਬਾਰ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਦਾ ਸ਼ਬਦ ਗੁਰੂ ਦਾ ਹੀ ਪ੍ਰਕਾਸ਼ ਹੈ, ਅਤੇ ਸਾਡੇ ਅੰਦਰ ਵੀ ਜਿਹੜਾ ਉਹ ਸ਼ਬਦ ਗੁਰੂ ਨੇ ਪ੍ਰਕਾਸ਼ ਕਰਨਾ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਾਂਗੇ। ਜਿਵੇਂ ਆਪ ਜੀ ਨੇ ਸਰਵਣ ਕੀਤਾ ਵੀ ਧਰਤੀ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਬੋਰ ਕਰਨਾ ਪੈਂਦਾ, ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ, ਫਿਰ ਅੰਦਰੋਂ ਜਿਹੜਾ ਪਾਣੀ ਆਪੇ ਤੁਰਿਆ ਆਉਂਦਾ। ਇਸੇ ਤਰ੍ਹਾਂ ਹੀ ਜਿਵੇਂ ਲੱਕੜੀ ਦੇ ਵਿੱਚ ਅਗਨੀ ਤਾਂ ਹੈ, ਪਰ ਪਹਿਲਾਂ ਬਾਹਰੋਂ ਅਗਨੀ ਜਿਹੜੀ ਹੈ ਅੱਗ ਪ੍ਰਗਟ ਕਰਨੀ ਪੈਂਦੀ, ਉਹਨੂੰ ਲਾਉਣੀ ਪੈਂਦੀ ਲੱਕੜ ਨੂੰ, ਫਿਰ ਉਹ ਅੱਗ ਜਿਹੜੀ ਉਹਦੇ ਵਿੱਚੋਂ ਆਪਣੇ ਆਪ ਬਾਹਰ ਨਿਕਲਦੀ ਰਹਿੰਦੀ। ਇਸੇ ਤਰ੍ਹਾਂ ਹੀ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੈ, ਅਕਾਲ ਪੁਰਖ ਵਾਹਿਗੁਰੂ ਅੰਦਰ ਹੈ। ਇਸੇ ਕਰਕੇ ਮਹਾਰਾਜ ਕਥਨ ਕਰਦੇ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਅਤੇ ਮਹਾਰਾਜ ਕਹਿੰਦੇ ਇਸ ਕਾਇਆ ਅੰਦਰ ਵਸਤ ਅਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਨੂੰ ਗੁਰੂ ਸਾਹਿਬ ਕਹਿੰਦੇ ਆਪਣਾ ਮੂਲ ਪਛਾਣ ਕਰੋ ਕਿ ਤੂੰ ਮੇਰਾ ਹੀ ਰੂਪ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ, ਜਿਵੇਂ ਸਾਧ ਸੰਗਤ ਜੀ ਪਿਤਾ ਤੋਂ ਪੁੱਤਰ, ਪੁੱਤਰ ਤੋਂ ਅੱਗੇ ਗਾਂ ਪੋਤਰੇ ਹੁੰਦੇ, ਇਸੇ ਤਰ੍ਹਾਂ ਸਾਧ ਸੰਗਤ ਉਹ ਨਿਰੰਕਾਰ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਕਾਸ਼ ਤੋਂ ਇਹ ਸਾਰਾ ਜਿਹੜਾ ਖੇਲ ਸ਼ੁਰੂ ਹੋਇਆ। ਅਤੇ ਪ੍ਰਕਾਸ਼ ਹੀ ਸਾਡਾ ਜਿਹੜਾ ਸਭ ਦਾ ਮੂਲ ਹੈ, ਪਰਮਾਤਮਾ ਹੀ ਸਭ ਦਾ ਮੂਲ ਹੈ। ਉਹਦੇ ਵਿੱਚ ਅਤੇ ਸਾਡੇ ਵਿੱਚ ਕੋਈ ਭਿੰਨ ਭੇਦ ਨਹੀਂ। ਉਹ ਪਰਮਾਤਮਾ ਅਤੇ ਅਸੀਂ ਜੀਵ ਆਤਮਾ। ਜਿੰਨਾ ਚਿਰ ਸਾਡੇ ਅੰਦਰੋਂ ਜਿਹੜੀ ਜੀਵ ਪੁਣੇ ਦੀ ਜਿਹੜੀ ਇਹ ਸਾਡੇ ਅੰਦਰ ਮੈਲ ਲੱਗੀ ਹੋਈ ਹੈ ਉਹ ਲੈਂਦੇ ਨਹੀਂ, ਉਹਨਾਂ ਚਿਰ ਸਾਨੂੰ ਆਪਣੇ ਅਸਲ ਸਰੂਪ ਦਾ ਗਿਆਨ ਜਿਹੜਾ ਉਹ ਨਹੀਂ ਹੁੰਦਾ। ਉਸ ਜਿਹੜਾ ਅਸਲ ਸਰੂਪ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਜਿਹੜਾ ਅਸੀਂ ਗੁਰੂ ਵਾਲੇ ਬਣਨਾ, ਅਤੇ ਗੁਰੂ ਵਾਲੇ ਬਣ ਕੇ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਾਂਗੇ, ਹੁਣ ਉਹ ਸ਼ਬਦ ਜਿਹੜਾ ਹਰ ਇੱਕ ਦਾ ਆਪਣਾ ਹੋ ਸਕਦਾ। ਜਿਵੇਂ ਗੁਰੂ ਸਾਹਿਬ ਨੇ ਕਥਨ ਕੀਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਾਈਆਂ, ਕੋਈ ਅੱਲਾ ਹੈ। ਹੁਣ ਬਾਹਰਲਾ ਸ਼ਬਦ ਤਾਂ ਅਲੱਗ-ਅਲੱਗ ਹੋ ਸਕਦਾ, ਕਿਸੇ ਦਾ ਰਾਮ ਰਾਮ ਹੋ ਸਕਦਾ, ਕਿਸੇ ਦਾ ਅੱਲਾ ਅੱਲਾ ਹੋ ਸਕਦਾ, ਕਿਸੇ ਦਾ ਵਾਹਿਗੁਰੂ ਵਾਹਿਗੁਰੂ ਹੋ ਸਕਦਾ, ਪਰ ਇਹ ਜਿਹੜਾ ਨਾਮ ਹੈ ਉਹ ਬਾਹਰਲੇ ਪਾਣੀ ਦੀ ਤਰ੍ਹਾਂ, ਉਹ ਬਾਹਰਲੀ ਅੱਗ ਦੀ ਤਰ੍ਹਾਂ, ਜਿਹਨੇ ਸਾਡੇ ਅੰਦਰੋਂ ਜਿਹੜਾ ਉਹ ਨਾਮ ਪ੍ਰਗਟ ਕਰ ਦੇਣਾ। ਜਿਹਨੂੰ ਗੁਰੂ ਸਾਹਿਬ ਨੇ ਕਥਨ ਕੀਤਾ, ਜਿਵੇਂ ਪਾਤਸ਼ਾਹ ਜੀ ਕਥਨ ਕਰਦੇ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਕਿ ਉਹ ਜਿਹੜਾ ਨੌਨਿਧ ਅੰਮ੍ਰਿਤ ਨਾਮ ਆ ਉਹ ਸਾਡੇ ਅੰਦਰ ਹੀ ਹੈ। ਅਤੇ ਉਹ ਪ੍ਰਗਟ ਕਦੋਂ ਹੋਣਾ ਸਾਧ ਸੰਗਤ? ਜਦੋਂ ਅਸੀਂ ਗੁਰੂ ਵਾਲੇ ਬਣਾਂਗੇ, ਜਦੋਂ ਬਾਹਰੋਂ ਅਸੀਂ ਗੁਰਮੰਤਰ ਲਵਾਂਗੇ। ਇਸ ਗੁਰਮੰਤਰ ਨੇ ਸਾਨੂੰ ਉਸ ਅੰਦਰਲੇ ਨਾਮ ਦੇ ਨਾਲ ਜੋੜ ਦੇਣਾ। ਅਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਕਿ ਘਰ ਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ।
ਪੰਚ ਸ਼ਬਦ ਤੁਨ ਘਾਰ ਧੁਨ ਤਹਿ ਬਾਜੈ ਸ਼ਬਦ ਨੀਸਾਨ। ਅਤੇ ਐਂਡ 'ਤੇ ਪਾਤਸ਼ਾਹ ਜੀ ਕਥਨ ਕਰਦੇ, ਕਹਿੰਦੇ ਸ਼ਬਦ ਖੋਜ ਇਹ ਘਰ ਲਹੇ ਨਾਨਕ ਤਾ ਕਾ ਦਾਸ। ਸ਼ਬਦ ਖੋਜ, ਸ਼ਬਦ ਦੇ ਦੁਆਰਾ ਖੋਜ ਕਰਕੇ ਜਦੋਂ ਅਸੀਂ ਆਪਣੇ ਅੰਦਰ ਦੀ ਖੋਜ ਸ਼ੁਰੂ ਕਰਾਂਗੇ, ਇਸ ਨਾਮ ਦੇ ਦੁਆਰਾ ਜਦੋਂ ਅਸੀਂ ਅੰਦਰ ਆਪਣੇ ਮਨ ਦੇ ਵਿੱਚ ਜਾਵਾਂਗੇ, ਅਤੇ ਸਾਧ ਸੰਗਤ ਜੀ ਫਿਰ ਜਿਹੜਾ ਸਾਡਾ ਅਸਲ ਸਰੂਪ ਹੈ ਜੋ ਕਿ ਪ੍ਰਕਾਸ਼ ਹੈ, ਜਿਹਨੂੰ ਸਾਧ ਸੰਗਤ ਜੀ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਲਿਖਿਆ, ਜਿਵੇਂ ਕਿ ਉਹ ਜੀਵਾਤਮਾ ਉਹ ਸਰੂਪ ਹੈ, ਉਹ ਤੱਤ ਹੈ ਜਿਹਨੂੰ ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਅਤੇ ਨਾ ਹੀ ਕੋਈ ਸ਼ਸਤਰ ਕੱਟ ਸਕਦਾ, ਅਤੇ ਨਾ ਹੀ ਹਵਾ ਉਡਾ ਸਕਦੀ ਹੈ। ਕਿਉਂਕਿ ਜੋ ਚੀਜ਼ ਪਰਮਾਤਮਾ ਉਹ ਪਰਮਾਤਮਾ ਅਤੇ ਅਸੀਂ ਜੀਵਾਤਮਾ। ਜਿਹੜਾ ਵਿੱਚ ਹੈ ਸਾਧ ਸੰਗਤ ਜੀ, ਇਹ ਹੈ ਸਾਧ ਸੰਗਤ ਜੀ ਸਾਡੇ ਮਨ ਦੀ ਮੈਲ, ਜਿਹੜੀ ਜਨਮਾਂ ਜਨਮਾਂ ਦੀ ਸਾਨੂੰ ਲੱਗੀ ਹੈ, ਅਤੇ ਇਹ ਜਿਹੜੀ ਮੈਲ ਆ ਉਹ ਨਾਮ ਦੇ ਦੁਆਰਾ ਦੂਰ ਹੋਣੀ ਹੈ। ਅਤੇ ਜਦੋਂ ਇਹ ਸਾਰੀ ਮੈਲ ਜਿਹੜੀ ਨਾਮ ਜਪ ਕੇ ਜਦੋਂ ਸਾਡਾ ਮਨ ਨਿਰਮਲ ਹੋ ਗਿਆ, ਅਤੇ ਫਿਰ ਸਾਡੇ ਅੰਦਰ ਹੀ ਜਿਹੜਾ ਸਾਧ ਸੰਗਤ ਜੀ ਜਿਹਨੂੰ ਗੁਰੂ ਸਾਹਿਬ ਕਥਨ ਕਰਦੇ ਕਿ ਜਿਹਨੂੰ ਅਸੀਂ ਅਨਹਦ ਨਾਮ ਆਖਦੇ, ਕਈ ਜਿਵੇਂ ਕਈ ਮੱਤਾਂ ਦੇ ਵਿੱਚ ਜਿਹੜਾ ਉਹਨੂੰ ਅਨਹਦ ਨਾਮ ਆਖਦੇ ਹੈ, ਅਤੇ ਸਾਧ ਸੰਗਤ ਜੀ ਉਸ ਅੰਦਰਲੇ ਨਾਮ ਦੇ ਨਾਲ ਸਾਡਾ ਉਦੋਂ ਸੰਬੰਧ ਜੁੜਨਾ ਹੈ ਜਦੋਂ ਸਾਡਾ ਬਾਹਰੋਂ ਸੰਬੰਧ ਜੁੜੂਗਾ। ਇਸ ਵਾਸਤੇ ਇਹ ਸ਼ਬਦ ਗੁਰੂ ਦੀ ਕਲਾ ਹੈ। ਇਸ ਵਾਸਤੇ ਜਿੰਨਾ ਅਸੀਂ ਨਾਮ ਦਾ ਅਭਿਆਸ ਕਰਾਂਗੇ, ਗੁਰੂ ਸ਼ਬਦ ਦਾ ਅਭਿਆਸ ਕਰਾਂਗੇ, ਅਭਿਆਸ ਕਰਨ ਦੇ ਨਾਲ ਹੀ ਸਾਡੇ ਅੰਦਰੋਂ ਜਿਹੜਾ ਉਹ ਸਾਧ ਸੰਗਤ ਜੀ ਇਹ ਚੀਜ਼ ਪ੍ਰਗਟ ਹੋਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੀ ਗੁਰਤਾ ਗੱਦੀ ਦੇ ਕਰਕੇ ਗਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਅਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਇਹਨੂੰ ਆਪਾਂ ਕਿਉਂ ਜੁਗੋ ਜੁਗ ਅਟੱਲ ਕਹਿੰਦੇ ਹਾਂ? ਕਿਉਂਕਿ ਇਹ ਸ਼ਬਦ ਗੁਰੂ ਹੈ। ਇਸੇ ਕਰਕੇ ਮਹਾਰਾਜ ਕਥਨ ਕਰਦੇ ਆ ਕਿ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ, ਇਹਦੀ ਜਿਹੜੀ ਵਿਆਖਿਆ ਹੈ ਉਹ ਡੂੰਘੀ ਆ, ਅਤੇ ਉਮੀਦ ਕਰਦੇ ਹਾਂ ਕਿ ਆਪ ਸਭ ਸੰਗਤਾਂ ਨੂੰ ਇਸ ਚੀਜ਼ ਦੀ ਸ਼ਬਦ ਦੀ ਕਲਾ ਜਿਹੜੀ ਉਹ ਸਮਝ ਵਿੱਚ ਆ ਗਈ ਹੋਵੇ। ਜਦੋਂ ਅਸੀਂ ਬੋਲਦੇ ਹਾਂ ਅਤੇ ਫਿਰ ਇਹ ਆਵਾਜ਼ ਹੈ, ਜਦੋਂ ਇਹਨੂੰ ਅਸੀਂ ਲਿਖਦੇ ਹਾਂ ਜਾਂ ਪੜ੍ਹਦੇ ਹਾਂ ਕਿਤਾਬਾਂ ਕਾਪੀਆਂ ਦੇ ਦੁਆਰਾ, ਅਤੇ ਫਿਰ ਇਹ ਸਾਧ ਸੰਗਤ ਜੀ ਅੱਖਰ ਬਣ ਜਾਂਦੇ। ਇੱਕ ਇੱਕ ਅੱਖਰ ਨੂੰ ਜਦੋਂ ਅਸੀਂ ਅੱਡ ਅੱਡ ਕਰਕੇ ਲਿਖਦੇ ਲਗ ਮਾਤਰਾ ਨਾਲ ਜੋੜ ਕੇ। ਇਸੇ ਵਾਸਤੇ ਸਾਰੀ ਗੁਰਬਾਣੀ ਜਿਹੜੀ ਹੈ ਉਹਦੇ ਵਿੱਚ ਵੀ ਅੱਖਰ ਨੇ, ਪਰ ਉਹ ਅੱਖਰ ਉਹ ਆ ਜਿਹੜੇ ਗੁਰੂ ਤੋਂ ਆਏ ਆ, ਪਰਮੇਸ਼ਰ ਤੋਂ ਆਏ, ਪਰਮਾਤਮਾ ਤੋਂ ਆਏ। ਇਸ ਕਰਕੇ ਉਹ ਧੁਰ ਕੀ ਬਾਣੀ ਹੈ, ਉਹ ਗੁਰੂ ਦੀ ਬਾਣੀ ਹੈ। ਇਸੇ ਕਰਕੇ ਪਾਤਸ਼ਾਹ ਜੀ ਕਥਨ ਕਰਦੇ, ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ, ਕਿ ਮੈਂ ਆਪ ਨਹੀਂ ਕੁਝ ਵੀ ਕਹਿ ਰਿਹਾ, ਜੋ ਕੁਝ ਵੀ ਕਹਿ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਆਪ, ਕਿਉਂਕਿ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੈ। ਇਹ ਬਾਣੀ ਜਿਹੜੀ ਅਕਾਲ ਪੁਰਖ ਦੀ ਹੈ, ਧੁਰ ਕੀ ਬਾਣੀ ਹੈ, ਇਹ ਗੁਰੂ ਕੀ ਬਾਣੀ ਹੈ, ਕਿਉਂਕਿ ਗੁਰੂ ਦੇ ਦੁਆਰਾ ਇਹ ਪ੍ਰਗਟ ਹੋਈ ਹੈ। ਇਸ ਵਾਸਤੇ ਇਹ ਸ਼ਬਦ ਗੁਰੂ ਹੈ ਅਤੇ ਜੁਗੋ ਜੁਗ ਅਟੱਲ ਹੈ। ਕਿਉਂਕਿ ਸਰੀਰ ਨੂੰ ਮੌਤ ਆਉਂਦੀ, ਸਾਧ ਸੰਗਤ ਜੀ ਸ਼ਬਦ ਨੂੰ, ਸ਼ਕਤੀ ਨੂੰ, ਪਰਮਾਤਮਾ ਨੂੰ, ਜੋਤ ਨੂੰ ਕਦੇ ਵੀ ਮੌਤ ਨਹੀਂ ਆਉਂਦੀ। ਜਿਵੇਂ ਕਿ ਆਪਾਂ ਵੇਖਦੇ ਹਾਂ ਕਿ ਸਰੀਰ ਮਰ ਜਾਂਦਾ ਪਰ ਆਤਮਾ ਨਹੀਂ ਮਰਦੀ, ਉਹ ਬਾਰ-ਬਾਰ ਜਨਮ ਲੈਂਦੀ ਹੈ ਜਿੰਨਾ ਚਿਰ ਉਹ ਪਰਮਾਤਮਾ ਦੇ ਵਿੱਚ ਅਭੇਤ ਨਹੀਂ ਹੁੰਦੀ, ਇੱਕ ਨਹੀਂ ਹੋ ਜਾਂਦੀ। ਇਸ ਵਾਸਤੇ ਸ਼ਬਦ ਗੁਰੂ ਦੇ ਆਪਾਂ ਲੜ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਲਾਇਆ ਹੈ, ਸਾਡਾ ਗੁਰੂ ਜਿਹੜਾ ਉਹ ਸ਼ਬਦ ਗੁਰੂ ਹੈ। ਇਸ ਵਾਸਤੇ ਅਸੀਂ ਸ਼ਬਦ ਗੁਰੂ ਦੇ ਲੜ ਲੱਗਣਾ ਹੈ। ਸਾਨੂੰ ਜਿਹੜਾ ਗੁਰੂ ਸਾਹਿਬ ਸ਼ਬਦ ਗੁਰੂ ਦੇ ਲੜ ਲਾ ਕਰਕੇ ਗਏ ਆ, ਇਸੇ ਕਰਕੇ ਮਹਾਰਾਜ ਹੁਕਮ ਕਰਕੇ ਗਏ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਹੁਣ ਇੱਥੇ ਮਹਾਰਾਜ ਫਿਰ ਕਹਿੰਦੇ, ਆਪਾਂ ਜਿਵੇਂ ਇਹ ਗਿਆਨੀ ਗਿਆਨ ਸਿੰਘ ਜੀਆਂ ਨੇ ਇਹ ਲਿਖੀਆਂ ਹੋਈਆਂ ਪੰਕਤੀਆਂ ਵਿੱਚ ਜਿਹੜੀਆਂ ਅਖੀਰ ਵਾਲੀਆਂ ਨੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਇਹ ਸ਼ਬਦ ਦੀ ਖੋਜ ਦੇ ਦੁਆਰਾ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ, ਉਹਦੀ ਪ੍ਰਾਪਤੀ ਕਰ ਸਕਦੇ ਹਾਂ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਹੁਣ ਵਾਹਿਗੁਰੂ ਸ਼ਬਦ ਹੈ, ਅਤੇ ਸ਼ਬਦ ਦੇ ਉੱਤੇ ਸਾਡੀ ਜਿਹੜੀ ਸੁਰਤ ਸਵਾਰ ਹੋ ਕੇ ਪਰਮਾਤਮਾ ਦੇ ਨਾਲ ਅਭੇਦ ਹੋਣੀ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸ਼ਬਦ ਜਿਹੜਾ ਉਹ ਸਾਡਾ ਗੁਰੂ ਹੈ ਅਤੇ ਜਿਹੜੀ ਸਾਡੀ ਸੁਰਤੀ ਹੈ ਉਹ ਚੇਲਾ ਹੈ। ਇਸ ਵਾਸਤੇ ਜਿਵੇਂ ਅਸੀਂ ਬੱਸ ਦੇ ਵਿੱਚ ਬਹਿ ਕੇ ਜਾਂ ਜਹਾਜ਼ ਦੇ ਵਿੱਚ ਬਹਿ ਕੇ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੇ, ਦੂਜੇ ਦੇਸ਼ਾਂ ਦੇ ਵਿੱਚ ਪਹੁੰਚ ਜਾਂਦੇ, ਉਦੋਂ ਪਹੁੰਚਦੇ ਜਦੋਂ ਅਸੀਂ ਜਹਾਜ਼ ਦੇ ਵਿੱਚ ਬੈਠ ਜਾਂਦੇ। ਇਸੇ ਕਰਕੇ ਵਾਹਿਗੁਰੂ ਨਾਮ ਹੀ ਜਹਾਜ਼ ਹੈ। ਜਦੋਂ ਇਸ ਜਹਾਜ਼ ਦੇ ਵਿੱਚ ਸਾਡੀ ਸੁਰਤ ਬਵੇਗੀ, ਬੈਠੇਗੀ, ਅਤੇ ਫਿਰ ਸਾਡੀ ਸੁਰਤ ਜਿਹੜੀ ਹੈ ਉਹ ਪਰਮਾਤਮਾ ਦੇ
ਭਾਵ ਸੱਚਖੰਡ ਦੇ ਵਿੱਚ ਪਹੁੰਚੇਗੀ, ਫਿਰ ਅਸੀਂ ਪਰਮਾਤਮਾ ਦੇ ਵਿੱਚ ਅਭੇਦ ਹੋਵਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ। ਉਮੀਦ ਕਰਦੇ ਹਾਂ ਕਿ ਇਸ ਚੀਜ਼ ਦੀ ਜਿਹੜੀ ਆ ਆਪ ਸਭ ਸੰਗਤਾਂ ਨੂੰ ਸਮਝ ਆ ਗਈ ਹੋਵੇਗੀ ਕਿ ਸ਼ਬਦ ਗੁਰੂ ਕਿਵੇਂ ਹੈ, ਅਤੇ ਸ਼ਬਦ ਗੁਰੂ ਨੂੰ ਜਿਹੜੀ ਹੈ ਗੁਰੂ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਹੈ। ਅਤੇ ਪਵਨ ਗੁਰੂ ਇਸ ਕਰਕੇ ਆਖਿਆ ਕਿਉਂਕਿ ਜਿਹੜੇ ਸ਼ਬਦ ਆ ਜਾਂ ਅੱਖਰ ਆ ਉਹ ਜਦੋਂ ਅਸੀਂ ਬੋਲਦੇ ਹਾਂ ਤਾਂ ਪਵਨ ਭਾਵ ਕਿ ਜਿਹੜੀ ਪਾਉਣ ਦੇ ਦੁਆਰਾ ਹੀ ਜਿਹੜੀ ਪਾਉਣ ਜਦੋਂ ਨਾਭੀ ਨਾਲ ਟਕਰਾਉਂਦੀ ਹੈ ਫਿਰ ਅਸੀਂ ਬੋਲਦੇ ਹਾਂ, ਅਤੇ ਫਿਰ ਹੀ ਅਸੀਂ ਆਵਾਜ਼ ਜਿਹੜੀ ਆ ਉਹ ਪਾਉਣ ਦੇ ਰਾਹੀਂ ਅਸੀਂ ਕੰਨ ਦੇ ਵਿੱਚ ਸਾਡੇ ਜਿਹੜੀ ਆਵਾਜ਼ ਪਹੁੰਚਦੀ ਹੈ, ਅੱਖਰ ਪਹੁੰਚਦੇ ਆ। ਇਸ ਕਰਕੇ ਪਵਨ ਨੂੰ ਗੁਰੂ ਆਖਿਆ। ਅਤੇ ਸ਼ਬਦ ਨੂੰ ਗੁਰੂ ਇਸ ਵਾਸਤੇ ਆਖਿਆ ਕਿਉਂਕਿ ਸ਼ਬਦਾਂ ਤੋਂ ਬਿਨਾਂ ਜਿਹੜੀ ਆ ਉਹ ਪਾਉਣ ਵੀ ਅਸੀਂ ਨਹੀਂ ਸਾਡੇ ਤੱਕ, ਕਿਉਂਕਿ ਪਾਉਣ ਦੇ ਰਾਹੀਂ ਹੀ ਸ਼ਬਦ ਨੇ ਪਹੁੰਚਣਾ। ਅਤੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਵੀ ਸ਼ਬਦਾਂ ਦੇ ਨਾਲ ਕਹਿ ਕੇ, ਅੱਖਰਾਂ ਦੇ ਨਾਲ ਕਹਿ ਕੇ, ਇਹ ਜਿਹੜਾ ਸਾਧ ਸੰਗਤ ਜੀ ਇਹ ਵਰਣਾਤਮਕ ਨਾਮ ਕਹਿ ਸਕਦੇ, ਜਿਹੜਾ ਅੱਖਰੀ ਨਾਮ ਹੈ, ਜਿਹੜਾ ਅੰਦਰਲਾ ਨਾਮ ਹੈ, ਉਹ ਸਾਧ ਸੰਗਤ ਜੀ ਉਹ ਚੀਜ਼ ਹੈ ਜਿਹੜਾ ਪ੍ਰਮਾਤਮਾ ਤੋਂ ਆਇਆ। ਅਤੇ ਜਿਵੇਂ ਮਹਾਰਾਜ ਕਹਿੰਦੇ ਆ ਕਿ ਘਟ ਘਟ ਵੱਜ ਇਹ ਨਾਦ, ਉਹ ਹਰ ਇੱਕ ਦੇ ਹਿਰਦੇ ਦੇ ਵਿੱਚ ਜਿਹੜਾ ਨਾਮ ਚੱਲ ਰਿਹਾ ਹੈ, ਉਹ ਹਰ ਇੱਕ ਦੇ ਅੰਦਰ ਹੀ ਪ੍ਰਕਾਸ਼ ਹੈ, ਹਰ ਇੱਕ ਦੇ ਅੰਦਰ ਹੀ ਗਿਆਨ ਹੈ। ਪਰ ਉਹ ਸਾਧ ਸੰਗਤ ਜੀ ਉਦੋਂ ਪ੍ਰਗਟ ਹੁੰਦਾ ਜਿਹਨੂੰ ਗੁਰੂ ਸਾਹਿਬ ਕਥਨ ਕਰਦੇ ਆ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਬੰਦੇ ਦਾ ਮਨ ਇਕਾਗਰ ਹੋ ਜਾਂਦਾ ਹੈ, ਬਾਹਰਲਾ ਗੁਰਮੰਤਰ ਦਾ ਅਭਿਆਸ ਕਰਕੇ ਜਦੋਂ ਸਾਧ ਸੰਗਤ ਜੀ ਬੰਦੇ ਦਾ ਮਨ ਇਕਾਗਰ ਹੋ ਜਾਂਦਾ ਹੈ, ਅਤੇ ਫਿਰ ਜਦੋਂ ਜਿਹੜੀ ਸਾਡੀ ਸੁਰਤ ਹੈ ਉਹ 9 ਦੁਆਰਿਆਂ 'ਚੋਂ ਨਿਕਲ ਕੇ ਜਦੋਂ 10ਵੇਂ ਦੁਆਰ ਦੇ ਵੱਲ ਰੁਖ ਕਰਦੀ ਹੈ, ਉੱਥੇ ਫਿਰ ਸਾਧ ਸੰਗਤ ਜੀ ਜਿਵੇਂ ਕਿ ਭਗਤ ਜੀਆਂ ਨੇ ਵੀ ਕਥਨ ਕੀਤਾ ਹੈ ਕਿ ਉਹ 10ਵੇਂ ਦੁਆਰੇ ਕਿਆ ਨਿਸ਼ਾਨੀ ਤਹਿ ਬਾਜੈ ਸ਼ਬਦ ਅਨਾਹਦ ਬਾਣੀ। ਉੱਥੇ ਜਦੋਂ ਬੰਦਾ ਪਹੁੰਚਦਾ ਸਾਧ ਸੰਗਤ ਜੀ, ਅਤੇ ਫਿਰ ਤਰੁਕਟੀ ਛੂਟੇ 10ਵਾਂ ਦਰ ਖੁੱਲ੍ਹੇ ਤਾਂ ਮਨ ਖੀਵਾ ਪਾਈ। ਉਹ ਫਿਰ ਸਾਧ ਸੰਗਤ ਜੀ ਅਨਹਦ ਤਹਿ ਜਿਹੜਾ ਨਾਦ ਜਿਹੜਾ ਅਨਹਦ ਸ਼ਬਦ ਨੇ ਉਹ ਉਦੋਂ ਪ੍ਰਗਟ ਹੁੰਦੇ ਜਦੋਂ 9 ਦੁਆਰੇ ਦੇ ਵਿੱਚੋਂ ਸੁਰਤ ਨਿਕਲ ਕੇ 10ਵੇਂ ਦੁਆਰ ਦੇ ਵਿੱਚ ਪਹੁੰਚਦੀ ਹੈ। ਉੱਥੇ ਫਿਰ ਸਾਧ ਸੰਗਤ ਜੀ ਜਿਹੜੇ ਆ ਨਾ ਉਹ ਅਨਾਹਦ ਬਾਣੀ ਉੱਥੇ ਸਾਨੂੰ ਸੁਣਨੀ ਸ਼ੁਰੂ ਹੁੰਦੀ ਹੈ। ਇਸ ਵਾਸਤੇ ਉਹ ਜਿਹੜੀ ਅਵਸਥਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਬੰਦੇ ਨੂੰ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਬੰਦਾ ਗੁਰੂ ਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਤੁਰਦਾ ਹੈ। ਕਿਉਂਕਿ ਮਹਾਰਾਜ ਨੇ ਕਥਨ ਕੀਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬੰਦਾ ਆਪਣੀ ਮਨ ਮਰਜ਼ੀ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੀ। ਇਹ ਤਾਂ ਸਾਧ ਸੰਗਤ ਜਿਹੜਾ ਲਾਇਕ ਸਿੱਖ ਬਣਦਾ, ਆਗਿਆਕਾਰੀ ਸਿੱਖ ਬਣਦਾ ਹੈ, ਉਹਦੇ 'ਤੇ ਗੁਰੂ ਜਿਹੜਾ ਪ੍ਰਸੰਨ ਹੋ ਕੇ ਉਹਨੂੰ ਇਹ ਜਿਹੜੀ ਆ ਅਵਸਥਾ ਜਿਹੜੀ ਆ ਉਹ ਉਹਨੂੰ ਦਿੰਦਾ ਹੈ। ਸੋ ਇਹ ਸੀ ਵਿਚਾਰ, ਅੱਜ ਦੀ ਵਿਚਾਰ, ਸ਼ਬਦ ਗੁਰੂ ਦੀ ਵਿਚਾਰ। ਸੋ ਉਮੀਦ ਕਰਦੇ ਹਾਂ ਕਿ ਸਰਬੱਤ ਸੰਗਤਾਂ ਨੂੰ ਜ਼ਰੂਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਸ ਚੀਜ਼ ਦਾ ਜਿਹੜਾ ਭੇਦ ਆ ਉਹ ਸਮਝ ਆਇਆ ਹੋਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਜੋ ਅਸੀਂ ਵੀ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੀ ਸਾਨੂੰ ਜਿਹੜੀ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਨਾਮ ਜਪਣ ਦਾ ਬਲ ਬਖਸ਼ੋ, ਰਹਿਤ ਮਰਿਆਦਾ ਬਖਸ਼ੋ, ਤਾਂ ਜੋ ਅਸੀਂ ਤੇਰੇ ਭਾਣੇ ਦੇ ਵਿੱਚ ਰਹਿ ਕਰਕੇ ਸ਼ਬਦ ਸੁਰਤ ਦੁਆਰਾ ਤੇਰੇ ਨਾਲ ਮੇਲ ਕਰਕੇ ਸੇਵਾ ਸੁਰਤ ਸ਼ਬਦ ਚਿੱਤ ਲਾਏ। ਇਹ ਵੀ ਇੱਕ ਸੇਵਾ ਜਿਹੜਾ ਆਪਣੇ ਮਨ ਨੂੰ ਇਕਾਗਰ ਕਰਕੇ ਸ਼ਬਦ ਦੇ ਨਾਲ ਜੋੜਨਾ, ਅਭਿਆਸ ਕਰਨਾ। ਅਤੇ ਇਹਨੂੰ ਕਬੀਰ ਸਾਹਿਬ ਜੀ ਕਥਨ ਕਰਦੇ ਆ ਅਣ ਦਿਨ ਆਪ ਸਿਉਂ ਲੜੈ। ਆਪਣੇ ਆਪ ਦੇ ਨਾਲ ਲੜਾਈ, ਆਪਣੇ ਵਿਕਾਰਾਂ ਦੇ ਨਾਲ ਲੜਾਈ ਹੈ, ਹੰਗਤਾ ਅਤੇ ਮਮਤਾ ਦੀ ਲੜਾਈ ਹੈ। ਜਿਸ ਦਿਨ ਇਹ ਦੋਵਾਂ ਤੋਂ ਬੰਦਾ ਉੱਪਰ ਉੱਠ ਗਿਆ ਉਸ ਦਿਨ ਕਿਰਪਾ ਹੋ ਜਾਣੀ। ਇਸੇ ਚੀਜ਼ ਨੂੰ ਗੁਰੂ ਸਾਹਿਬ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਖਾਲਸਾ ਸੋ ਜੋ ਕਰੇ ਨਿੱਤ ਜੰਗ। ਇਹ ਕੇਵਲ ਬਾਹਰਲਾ ਜੰਗ ਨਹੀਂ ਹੈ ਕਿ ਜਿਹੜਾ ਆਪਾਂ ਬਾਹਰਲੇ ਦੁਸ਼ਮਣਾਂ ਦੇ ਨਾਲ ਲੜਨਾ, ਜਿਹੜੇ ਅੰਦਰਲੇ ਸਾਡੇ ਦੁਸ਼ਮਣ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਇਹ ਜਿਹੜੇ ਸਾਡੇ ਅੰਦਰਲੇ ਗੁਪਤ ਵਿਕਾਰ ਜਿਹੜੇ ਸਾਡੇ ਦੁਸ਼ਮਣ ਨੇ, ਇਹਨਾਂ ਦੇ ਨਾਲ ਵੀ ਸਾਡੀ ਲੜਾਈ ਹੈ। ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਮੋਰਚਾ ਫਤਿਹ ਹੋਣਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅਰਦਾਸ ਬੇਨਤੀ ਕਰਿਆ ਕਰੀਏ ਕਿ ਮਹਾਰਾਜ ਕਿਰਪਾ ਕਰੋ, ਕਿਉਂਕਿ 52 ਹੁਕਮਨਾਮਿਆਂ ਦੇ ਵਿੱਚ ਮਹਾਰਾਜ ਨੇ ਕਥਨ ਕੀਤਾ ਕਿ ਬੁੱਧ ਅਤੇ ਬਲ ਦਾ ਜਿਹੜਾ ਦਾਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਸ ਵਾਸਤੇ ਜਦੋਂ ਵੀ ਨਾਮ ਜਪਣ ਵਿੱਚ ਲੱਗਣਾ ਜਾਂ ਬੈਠਣਾ, ਨਾਮ ਸਿਮਰਨ ਕਰਨਾ, ਅਰਦਾਸ ਬੇਨਤੀ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਜਪਣ ਦਾ ਬਲ ਬਖਸ਼ੋ ਅਤੇ ਵਿਕਾਰਾਂ ਨਾਲ ਲੜਨ ਦਾ ਜਿਹੜਾ ਉਹ ਬਲ ਬਖਸ਼ੋ, ਤਾਂ ਜੋ ਇਹ ਜਿਹੜੀ ਅਸੀਂ ਜੰਗ ਆ ਉਹ ਜਿੱਤ ਕਰਕੇ ਮਹਾਰਾਜ ਆਪ ਜੀ ਨੂੰ ਮਿਲ ਸਕੀਏ ਅਤੇ ਆਪ ਜੀ ਦੇ ਸਰੂਪ ਦੇ ਵਿੱਚ ਅਭੇਦ ਹੋ ਸਕੀਏ। ਕਿਉਂਕਿ ਇਹ ਜਿਹੜਾ ਮੇਲ ਹੈ ਉਹ ਸ਼ਬਦ ਦੇ ਨਾਲ ਹੀ ਹੋਣਾ ਹੈ।
ਉਹ ਜਿਹੜਾ ਸ਼ਬਦ ਹੈ ਉਹ ਗੁਰਮੰਤਰ ਹੈ। ਉਹ ਭਾਵੇਂ ਕੋਈ ਵੀ ਧਰਮ ਹੋਵੇ, ਹਰ ਇੱਕ ਧਰਮ ਨੇ ਆਪੋ ਆਪਣੇ ਮਹਾਂਪੁਰਸ਼ ਜਿਹੜੇ ਨੇ ਗੁਰੂ ਪੀਰ ਉਹ ਸਾਨੂੰ ਗੁਰਮੰਤਰ ਦਿੰਦੇ ਆ। ਇਹ ਬਾਹਰਲਾ ਨਾਮ ਹੈ, ਇਸੇ ਨਾਮ ਨੇ ਸਾਨੂੰ ਅੰਦਰਲੇ ਨਾਮ ਦੇ ਨਾਲ ਜੋੜ ਦੇਣਾ ਹੈ ਅਤੇ ਉਸੇ ਉੱਥੇ ਜਾ ਕੇ ਸਾਨੂੰ ਉਹਦੀ ਪ੍ਰਾਪਤੀ ਹੋ ਜਾਣੀ। ਸੋ ਰਹੋ ਵਿਚਾਰ, ਗੁਰਮਤਿ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹੋਈ ਭੁੱਲ ਚੁੱਕ ਦੀ ਮੁਆਫੀ। ਮਿਲਦੇ ਹਾਂ ਨਵੀਂ ਵੀਡੀਓ, ਨਵੇਂ ਵਿਸ਼ੇ, ਨਵੇਂ ਵਿਚਾਰ ਦੇ ਨਾਲ। ਅਤੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਜੋ ਹੋਰ ਵੀ ਕਿਸੇ ਦਾ ਭਲਾ ਹੋ ਸਕੇ। ਸੋ ਹੋਈ ਭੁੱਲ ਚੁੱਕ ਦੀ ਮੁਆਫੀ। ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।